हाउ आर यू वैलकम टू योर बॉटनी ਲੈਕਚਰ। ਬੇਟਾ ਆਪਾਂ ਸਟਾਰਟ ਕੀਤਾ ਸੀ ਐਡੀਫਿਕ ਫੈਕਟਰਸ। ਉਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਬਾਇਓਲੋਜੀਕਲ ਵੈਦਰਿੰਗ ਕਿੱਦਾਂ ਹੁੰਦੀ ਹੈ ਰੌਕਸ ਦੀ, ਕਿ ਮਾਈਕਰੋ ਆਰਗੈਨਿਜ਼ਮਸ ਜਿਹੜੇ ਆ ਉਹ ਡਿਵੈਲਪ ਹੁੰਦੇ ਆ ਅਤੇ ਰੌਕਸ ਨੂੰ ਹੌਲੀ ਹੌਲੀ ਇਹ ਮਾਈਕਰੋ ਆਰਗੈਨਿਜ਼ਮਸ ਲਾਈਕੇਨਸ ਫੰਜਾਈ ਵਗੈਰਾ ਕੁਛ ਕੈਮੀਕਲ ਸਿਕਰੀਟ ਕਰਦੇ ਆ ਅਤੇ ਕੁਛ ਐਸਿਡਸ ਪ੍ਰੋਡਿਊਸ ਕਰਦੇ ਆ, ਜਿਵੇਂ ਕਿ ਕਾਰਬੋਨਿਕ ਐਸਿਡ ਵਗੈਰਾ। ਅਤੇ ਕਾਰਬੋਨਿਕ ਐਸਿਡ ਜਿਹੜੇ ਆ ਰੌਕਸ ਨੂੰ ਹੌਲੀ ਹੌਲੀ ਕਰੋਡ ਕਰਦੇ ਰਹਿੰਦੇ ਆ ਅਤੇ ਇੱਕ ਸਟੇਜ ਆਉਂਦੀ ਹੈ ਕਿ ਰੌਕਸ ਜਿਹੜੇ ਆ ਉਹ ਟੁੱਟ ਕੇ ਮਿੱਟੀ 'ਚ ਕਨਵਰਟ ਹੋ ਜਾਂਦੇ ਆ। ਹੁਣ ਬੇਟਾ ਜੇ ਇਹ ਨੈਕਸਟ ਜਿਵੇਂ ਆਪਾਂ ਪੜ੍ਹਿਆ ਸੀਗਾ ਕਿ ਐਡੇਫਿਕ ਜਿਹੜੀ ਸੋਇਲ ਫੋਰਮੇਸ਼ਨ ਆ ਉਹ ਦੋ ਤਰੀਕਿਆਂ ਨਾਲ ਹੁੰਦੀ ਹੈ, ਇੱਕ ਵੈਦਰਿੰਗ ਆਫ ਰੌਕਸ ਅਤੇ ਸੈਕਿੰਡ ਪ੍ਰੋਸੈਸ ਜਿਹੜਾ ਹੈਗਾ ਆ ਸੋਇਲ ਡਿਵੈਲਪਮੈਂਟ। ਹੁਣ ਡਿਵੈਲਪਮੈਂਟ ਆਫ ਸੋਇਲ ਨੂੰ ਪੀਡੋਜੈਨੇਸਿਸ ਵੀ ਕਹਿੰਦੇ ਆ ਔਰ ਸਟੱਡੀ ਆਫ ਸੋਇਲਸ ਨੂੰ ਪੀਡੋਲੋਜੀ ਕਹਿੰਦੇ ਆ। ਆਪਾਂ ਦੇਖਿਆ ਕਿ ਵੈਦਰਿੰਗ ਹੋ ਗਈ ਰੌਕਸ ਦੀ, ਹੁਣ ਇੱਕਦਮ ਉਹ ਮਿੱਟੀ ਨਹੀਂ ਬਣਨੀ ਹੈਗੀ, ਤਾਂ ਜਿਹੜੇ ਰੌਕਸ ਹੁੰਦੇ ਆ ਉਹਨਾਂ 'ਤੇ ਕੁਛ ਲਾਈਕੇਨਸ ਜਾਂ ਫੰਜਾਈ ਜਾਂ ਮਾਈਕਰੋ ਆਰਗੈਨਿਜ਼ਮਸ ਆ ਕੇ ਰਹਿੰਦੇ ਆ, ਉਹਨਾਂ ਦਾ ਜਾਂ ਡਿਵੈਲਪ ਹੁੰਦੇ ਆ, ਔਰੀਜਿਨ ਕਰਦੇ ਆ ਉੱਥੇ, ਦੈਨ ਉਹ ਐਕਸਕ੍ਰੀਟਾ ਪ੍ਰੋਡਿਊਸ ਕਰਦੇ ਆ, ਕੁਛ ਉਹਨਾਂ 'ਚੋਂ ਮਰਦੇ ਆ, ਮਰ ਕੇ ਉਸ ਜਗ੍ਹਾ 'ਤੇ ਮਿਕਸ ਹੁੰਦੇ ਰਹਿੰਦੇ ਆ ਅਤੇ ਹੌਲੀ ਹੌਲੀ ਫਰਟਾਈਲ ਸੋਇਲ ਬਣ ਜਾਂਦੀ ਆ ਅਤੇ ਉਹਨੂੰ ਅਸੀਂ ਕਹਿੰਦੇ ਹਾਂ ਸੋਇਲ ਦਾ ਡਿਵੈਲਪਮੈਂਟ ਹੋਣਾ। ਦੈਨ ਇਹਦੇ ਵਿੱਚ ਨੈਕਸਟ ਸੀਗਾ ਸਾਡਾ ਸੋਇਲ ਪ੍ਰੋਫਾਈਲ ਬੇਟਾ ਕੀ ਹੁੰਦਾ ਆ, ਜਿਵੇਂ ਆਹ ਬੀਕਰ ਲਿਆ, ਬੀਕਰ ਦੇ ਵਿੱਚ ਅਸੀਂ ਮੰਨ ਲਓ 10 ਗ੍ਰਾਮ ਮਿੱਟੀ ਘੋਲੀ ਔਰ ਇਹਦੇ ਵਿੱਚ 20 ml ਪਾਣੀ ਪਾ ਕੇ ਮਿੱਟੀ ਨੂੰ ਘੋਲਿਆ, ਓਵਰਨਾਈਟ ਰਾਤ ਨੂੰ ਅਸੀਂ ਰੱਖਤਾ ਤਾਂ ਦਿਨੇ ਜਾ ਕੇ ਦੇਖਾਂਗੇ ਤਾਂ ਇੱਦਾਂ ਲੇਅਰਸ ਬਣੀਆਂ ਹੁੰਦੀਆਂ ਸੋਇਲ ਦੀਆਂ। ਹੁਣ ਉੱਪਰ ਹੋ ਸਕਦਾ ਹੈ ਕਿ ਆਹ ਜਿਹੜੀ ਆ ਲੂਸ ਲਾਈਟ ਲੇਅਰ ਹੋਵੇ ਜਾਂ ਫਿਰ ਕਹਿ ਲਓ ਕਿ ਉੱਪਰ ਟਰਾਂਸਪੇਰੈਂਟ ਵਾਟਰ ਹੋਏਗਾ। ਮੰਨ ਲਓ ਉੱਪਰ ਟਰਾਂਸਪੇਰੈਂਟ ਵਾਟਰ ਆ, ਇਸ ਤੋਂ ਨੀਚੇ ਥੋੜ੍ਹਾ ਜਿਹਾ ਡਾਰਕ ਕੁਛ ਕ੍ਰਿਸਟਲਸ ਵਗੈਰਾ ਦਿਖਣਗੇ, ਫਿਰ ਇਸ ਤੋਂ ਨੀਚੇ ਹੋਰ ਡਾਰਕ ਜਾਂ ਫਿਰ ਲਾਈਟ ਕਲਰ ਦਾ, ਜਾਂ ਫਿਰ ਉਸ ਤੋਂ ਨੀਚੇ ਵੱਡੇ ਵੱਡੇ ਤੁਹਾਨੂੰ ਪਾਰਟੀਕਲਸ ਦਿਖਣਗੇ, ਸਟੋਨਸ ਕੰਕਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਦਿਖਣਗੇ। ਤਾਂ ਇਹ ਹੁੰਦਾ ਆ ਸੋਇਲ ਪ੍ਰੋਫਾਈਲ, ਕਿ ਕੀ ਸੋਇਲ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਆ, ਉਹਨੂੰ ਅਸੀਂ ਕਹਿੰਦੇ ਹਾਂ ਸੋਇਲ ਪ੍ਰੋਫਾਈਲ। ਡੈਫੀਨੇਸ਼ਨ ਸੋਇਲ ਪ੍ਰੋਫਾਈਲ ਦੀ ਇੰਪੋਰਟੈਂਟ ਆ, ਵਰਟੀਕਲ ਸੈਕਸ਼ਨ ਸੋਇਲ ਦਾ ਸ਼ੋਇੰਗ ਵੇਰੀਅਸ ਲੇਅਰਸ ਫਰੋਮ ਦਾ ਸਰਫੇਸ ਟੂ ਦਾ ਅਨਅਫੈਕਟਿਡ ਪੇਰੈਂਟ ਮਟੀਰੀਅਲ, ਇਹਨੂੰ ਅਸੀਂ ਕਹਿੰਦੇ ਹਾਂ ਸੋਇਲ ਪ੍ਰੋਫਾਈਲ। ਕਿ ਇੱਥੋਂ ਲੈ ਕੇ ਇਹਦੇ ਵਿੱਚ ਜਿੱਥੋਂ ਵੀ ਅਸੀਂ ਮਿੱਟੀ ਪਾਈ ਆ, ਜਿੰਨੀਆਂ ਵੀ ਲੇਅਰਸ ਬਣੀਆਂ ਵਰਟੀਕਲ ਸੈਕਸ਼ਨ, ਉਹਨੂੰ ਅਸੀਂ ਕਹਿੰਦੇ ਹਾਂ ਸੋਇਲ ਪ੍ਰੋਫਾਈਲ। ਹੁਣ ਇਹਦੇ ਵਿੱਚ ਇਹ ਜਿਹੜੀ ਲੇਅਰਸ ਬਣੀਆਂ ਆ ਇਹਨੂੰ ਐਕਚੁਅਲੀ 'ਚ ਆਪਾਂ ਹੌਰੀਜ਼ਨ ਕਹਿੰਦੇ ਹਾਂ। ਤਾਂ ਹੌਰੀਜ਼ਨ ਕਿਆ ਹੁੰਦਾ ਆ, ਵੇਰੀਅਸ ਲੇਅਰਸ, ਇਹਨੂੰ ਅਸੀਂ ਕਹਿੰਦੇ ਹਾਂ ਹੌਰੀਜ਼ਨ। ਅਤੇ ਹੌਰੀਜ਼ਨ ABCR ਕਈ ਤਰ੍ਹਾਂ ਦੇ ਹੌਰੀਜ਼ਨ ਜਿਹੜੇ ਆ ਉਹ ਸਟੱਡੀ ਕੀਤੇ ਗਏ ਆ ਸੋਇਲ ਦੇ ਵਿੱਚ। ਆਹ ਡਾਇਗਰਾਮ ਜਿਹੜਾ ਆ ਵੈਰੀ ਇੰਪੋਰਟੈਂਟ ਆ, ਇਹਨੂੰ ਤੁਸੀਂ ਯਾਦ ਰੱਖਣਾ ਆ। ਇਸ ਡਾਇਗਰਾਮ ਦੇ ਆਧਾਰ 'ਤੇ ਤੁਸੀਂ ਬਹੁਤ ਕੁਛ ਲਿਖ ਸਕਦੇ ਆ। ਦੇਖੋ ਫਸਟ ਇਜ਼ ਓ ਲੇਅਰ, ਇਹਨੂੰ ਵੀ ਫਿਰ ਹੋਰ ਸਬ ਪਾਰਟਸ 'ਚ ਵੀ ਓ ਨੂੰ ਵੀ ਸਬ ਪਾਰਟਸ 'ਚ ਡਿਵਾਈਡਡ ਕੀਤਾ ਗਿਆ। ਫੋਰ ਐਗਜ਼ਾਮਪਲ O0 O1, ਇਹਨੂੰ ਵੀ ਡਿਵਾਈਡ ਕੀਤਾ ਗਿਆ B ਅਤੇ C ਔਰ R, ਇਸੇ ਤਰ੍ਹਾਂ ਆ ਲੇਅਰਸ। ਦੈਨ ਹੌਰੀਜ਼ਨ ਦੀ ਡੈਫੀਨੇਸ਼ਨ ਅਸੀਂ ਦੇਖ ਹੀ ਲਈ ਆ, ਹੁਣ ਆਪਾਂ ਪੜ੍ਹਾਂਗੇ। ਅੱਛਾ, ਸੋਇਲ ਨੂੰ ਹੌਰੀਜ਼ਨ ਦੇ ਬੇਸਿਸ 'ਤੇ ਕਈ ਕੈਟਾਗਰੀਜ਼ 'ਚ ਡਿਵਾਈਡ ਕੀਤਾ ਗਿਆ ਆ, ਜਾਂ ਇੱਕ ਕਲਾਸੀਫਿਕੇਸ਼ਨ ਦਿੱਤਾ ਗਿਆ ਆ ਸੋਇਲ ਦਾ। ਸੋ ਪਹਿਲਾਂ ਆਪਾਂ ਪੜ੍ਹਦੇ ਹਾਂ ਉਹ ਹੌਰੀਜ਼ਨ। ਹੁਣੇ ਆਪਾਂ ਡਾਇਗਰਾਮ 'ਚ ਦੇਖਿਆ ਸੀਗਾ ਹੌਰੀਜ਼ਨ, ਸਭ ਤੋਂ ਉੱਪਰ ਜਿਹੜਾ ਹੌਰੀਜ਼ਨ ਸੀਗਾ ਉਹ ਹੌਰੀਜ਼ਨ ਸੀਗਾ ਅਪਰ ਮੋਸਟ, ਅਸੀਂ ਲਿਖ ਸਕਦੇ ਹਾਂ। ਇਹਦੇ ਵਿੱਚ ਜਿਹੜੇ ਆ ਫਰੈਸ਼ ਜਾਂ ਪਾਰਟਲੀ ਡੀਕੰਪੋਜ਼ਡ ਆਰਗੈਨਿਕ ਮਟੀਰੀਅਲ ਹੁੰਦਾ। ਬੇਟਾ ਉੱਦਾਂ ਵੀ ਤੁਸੀਂ ਮਿੱਟੀ ਦੀ ਉੱਪਰ ਵਾਲੀ ਸਰਫੇਸ ਦੇਖੋਗੇ ਐਂ ਆਪਣੇ ਗਾਰਡਨ 'ਚ ਜਾ ਕੇ,
ਤਾਂ ਤੁਹਾਨੂੰ ਪੱਤੀਆਂ ਡਿੱਗੀਆਂ ਹੋਈਆਂ ਜਾਂ ਟਵਿਗਸ ਡਿੱਗੀਆਂ ਹੋਈਆਂ, ਬਰਡਸ ਡਿੱਗੀਆਂ ਹੋਈਆਂ ਮਿਲਣਗੀਆਂ। ਤਾਂ ਇਹਨੂੰ ਆਪਾਂ ਕਹਿੰਦੇ, ਜਾਂ ਫਿਰ ਥੋੜ੍ਹਾ ਬਹੁਤ ਉਹਦਾ ਡੀਕੰਪੋਜੀਸ਼ਨ ਹੋਇਆ ਹੋਏਗਾ, ਜੇ ਉੱਥੇ ਪਾਣੀ ਪੁਣੀ ਪੈ ਗਿਆ ਹੋਇਆ ਤਾਂ ਬਹੁਤ ਜ਼ਿਆਦਾ ਡੀਕੰਪੋਜ਼ ਨਹੀਂ ਹੋਇਆ ਹੋਏਗਾ ਉਹ ਆਰਗੈਨਿਕ ਮੈਟਰ। ਤਾਂ ਉਹ ਫॉर ਆਰਗੈਨਿਕ, ਇਹਨੂੰ ਅਸੀਂ ਕਹਿੰਦੇ ਆ ਆਰਗੈਨਿਕ ਜ਼ੋਨ ਜਾਂ ਆਰਗੈਨਿਕ ਹੋਰੀਜ਼ੋਨ ਵੀ ਕਹਿੰਦੇ ਆ। ਫੋਰੈਸਟ ਏਰੀਆਸ 'ਚ ਇਹ ਆਪਾਂ ਨੂੰ ਜ਼ਿਆਦਾਤਰ ਦਿਖਣ ਨੂੰ ਮਿਲਦਾ ਆ। ਗ੍ਰਾਸਲੈਂਡ ਔਰ ਕਲਟੀਵੇਟਡ ਸੋਇਲ 'ਚ ਐਬਸੈਂਟ ਹੁੰਦਾ ਆ। ਮੇ ਬੀ ਰੀਜ਼ਨ ਕਿ ਉੱਥੇ ਗ੍ਰੇਜ਼ਿੰਗ ਹੁੰਦੀ ਆ, ਜਾਂ ਫਿਰ ਜਿੱਦਾਂ ਹੁਣ ਹਲ ਹੁਲ ਵੀ ਵਾਹ ਦਿੰਦੇ ਆ ਆਪਾਂ ਖੇਤਾਂ ਦੇ ਵਿੱਚ, ਤਾਂ ਹੋ ਸਕਦਾ ਕਿ ਉਹ ਅੱਪਰ ਲੇਅਰ ਥੋੜ੍ਹੀ ਬਹੁਤ ਡਿਸਟਰਬਡ ਹੋ ਗਈ ਹੋਵੇ, ਤਾਂ ਉਹ ਹੋਰੀਜ਼ੋਨ ਆਪਾਂ ਨੂੰ ਨਹੀਂ ਦਿਖਦਾ। ਆਰਗੈਨਿਕ ਹੋਰੀਜ਼ੋਨ ਜਿਹੜਾ ਆ ਇਹ ਡਿਵਾਈਡ ਹੋਇਆ ਆ ਅੱਗੇ O1 ਅਤੇ O2। O1 ਜਿਹੜਾ ਆ ਇਹਦੇ ਵਿੱਚ ਓਰੀਜਨਲ ਪਲਾਂਟਸ, ਐਨੀਮਲਸ ਜਿਹੜੇ ਰੈਸੀਡਿਊਸ ਆ ਉਹ ਪ੍ਰੈਜ਼ੈਂਟ ਹੁੰਦੇ ਆ, ਅਤੇ ਆਪਾਂ ਨੂੰ ਨੇਕਡ ਆਈ ਨਾਲ, ਹੁਣ ਪੱਤੀ ਡਿੱਗੀ ਆ ਤਾਂ ਆਪਾਂ ਨੂੰ ਦਿਖਦੀ ਆ। O2 ਹੋਰੀਜ਼ੋਨ ਇਹਦੇ ਵਿੱਚ ਓਰੀਜਨਲ ਪਲਾਂਟਸ, ਐਨੀਮਲਸ, ਆਰਗੈਨਿਕ ਮੈਟਰ ਜਿਹੜਾ ਆ ਉਹ ਪ੍ਰੈਜ਼ੈਂਟ ਹੁੰਦਾ, ਪਰ ਉਹ ਸਾਨੂੰ ਦਿਖਦਾ ਨਹੀਂ ਹੈਗਾ ਨੇਕਡ ਆਈ ਨਾਲ, ਉਹ ਆਪਾਂ ਨੂੰ ਅੱਗੇ ਲੈਂਸ ਵਗੈਰਾ ਨਾਲ ਦੇਖਣਾ ਪੈਂਦਾ ਆ। ਫਿਰ ਨੈਕਸਟ ਉਹ ਹੋਰੀਜ਼ੋਨ ਤੋਂ ਥੱਲੇ ਆਪਾਂ ਦੇਖਿਆ ਸੀ ਥੋੜ੍ਹਾ ਜਿਹਾ ਚੌੜਾ, ਇਹ ਹੋਰੀਜ਼ੋਨ ਸੀਗਾ। ਇਹਨੂੰ ਵੀ ਹੋਰੀਜ਼ੋਨ ਆਫ ਆਰਗੈਨਿਕ ਮੈਟਰ ਅਸੀਂ ਕਹਿ ਸਕਦੇ ਹਾਂ। ਇਹ 'ਚ ਵੀ ਅਕਮੂਲੇਟਡ ਹੁੰਦੇ ਆ, ਜਿਵੇਂ ਪੱਤੀਆਂ ਪੁੱਤੀਆਂ ਤਾਂ ਹੋਣੀਆਂ ਹੀ ਆ, ਉਸ ਤੋਂ ਇਲਾਵਾ ਇਹਦੇ ਵਿੱਚ ਕਲੇ, ਆਇਰਨ, ਐਲੂਮੀਨੀਅਮ ਇਹ ਪ੍ਰੈਜ਼ੈਂਟ ਹੋ ਸਕਦੇ ਆ। ਔਰ ਇਹ ਵੀ ਡਿਫਰੈਂਟ ਉਹਦੇ ਵਿੱਚ ਡਿਵਾਈਡ ਕੀਤਾ ਗਿਆ ਆ, ਜਿਵੇਂ A1, A2, A3 ਹੋਰੀਜ਼ੋਨ। ਤਾਂ ਇਹ ਹੋਰੀਜ਼ੋਨ ਜਿਹੜਾ ਆ 3 ਭਾਗਾਂ 'ਚ ਡਿਵਾਈਡ ਕੀਤਾ ਗਿਆ ਆ। A1 ਜਿਹੜਾ ਆ ਉਹ ਅੱਪਰ ਮੋਸਟ ਆ, ਟੌਪ ਮੋਸਟ, ਸਭ ਤੋਂ ਮੀਨਸ ਉਹਦੇ ਥੱਲੇ ਸਭ ਤੋਂ ਉੱਪਰ A1 ਪ੍ਰੈਜ਼ੈਂਟ ਆ, ਉਹ ਤੋਂ ਥੱਲੇ। A1 ਜਿਹੜਾ ਆ ਇਹ ਕਹਿ ਲਓ ਕਿ ਇਹਦੇ ਵਿੱਚ ਅਕਮੂਲੇਸ਼ਨ ਹੁੰਦਾ ਆ ਹਿਊਮਿਡ organic matter associated with mineral fraction darker in color than that of lower horizon due to the organic matter। ਹੁਣ ਇਹ ਜਿਹੜਾ ਆ ਥੋੜ੍ਹਾ ਡਾਰਕ ਕਲਰ ਦਾ ਹੁੰਦਾ ਹੈ। ਕਿਉਂ ਡਾਰਕ ਕਲਰ ਦਾ ਹੁੰਦਾ ਹੈ? ਕਿਉਂਕਿ ਆਰਗੈਨਿਕ ਮੈਟਰ ਇੱਥੇ ਜਿਹੜਾ ਹੁੰਦਾ ਆ ਉਹ ਜ਼ਿਆਦਾ ਡੀਕੰਪੋਜ਼ਡ ਹੋਇਆ ਹੁੰਦਾ ਆ। ਹਿਊਮੀਫਾਈਡ ਕੰਡੀਸ਼ਨ ਮਤਲਬ ਜ਼ਿਆਦਾ ਉਹਦਾ ਡੀਕੰਪੋਜੀਸ਼ਨ ਹੋਇਆ ਹੁੰਦਾ, ਫਰੈਸ਼ ਨਹੀਂ ਦਿਖੂਗਾ, ਪੂਰਾ ਪਾਰਟ ਨਹੀਂ ਦਿਖੂਗਾ, ਘੁਲਿਆ ਜਿਹਾ ਦਿਖੂਗਾ, ਡੀਕੰਪੋਜ਼ਡ ਹੋਇਆ ਆ। ਦੈਨ A2 ਹੋਰੀਜ਼ੋਨ ਜਿਹੜਾ ਆ ਇੱਥੇ ਮੈਕਸੀਮਮ ਐਲੂਵੀਏਸ਼ਨ ਹੁੰਦਾ ਆ ਕਲੇ ਦਾ, ਆਇਰਨ, ਐਲੂਮੀਨੀਅਮ ਆਕਸਾਈਡ ਐਂਡ ਆਰਗੈਨਿਕ ਮੈਟਰ। ਇਹ ਕੌਂਸਟੀਟਿਊਟ ਜਿਹੜੇ ਆ ਇਹਨਾਂ ਦਾ ਲੋਸ ਹੁੰਦਾ ਆ, ਜਿਹਦੇ ਨਾਲ ਅਕਮੂਲੇਟ ਜਾਂ ਫਿਰ ਕੁਆਰਚ, ਸੈਂਡ, ਸਿਲਟ, ਹੋਰ ਰੈਜ਼ਿਸਟੈਂਟ ਮਟੀਰੀਅਲਸ ਉੱਥੇ ਪ੍ਰੈਜ਼ੈਂਟ ਹੁੰਦੇ ਆ A2 ਜ਼ੋਨ ਦੇ ਵਿੱਚ। ਇਹ ਲਾਈਟਰ ਕਲਰ ਦਾ ਹੁੰਦਾ ਆ ਕਿਉਂਕਿ ਉੱਪਰੋਂ ਔਰ ਥੱਲਿਓਂ ਕੰਪੈਰੇਟਿਵਲੀ ਇਹ ਲਾਈਟ ਕਲਰ ਦਾ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਡੀਕੰਪੋਜ਼ਡ ਆਰਗੈਨਿਕ ਮੈਟਰ ਨਹੀਂ ਹੁੰਦਾ। ਡੀਕੰਪੋਜ਼ਡ ਆਰਗੈਨਿਕ ਮੈਟਰ ਜਿਹੜਾ ਉਹ ਬਲੈਕਿਸ਼ ਕਲਰ ਦਾ ਹੁੰਦਾ ਹੈ, ਤਾਂ ਕਰਕੇ ਉਹ ਮਿੱਟੀ ਦਾ ਕਲਰ ਵੀ ਤੁਹਾਨੂੰ ਡਾਰਕ ਦਿਖਦਾ ਆ। ਇਹਦੇ ਵਿੱਚ ਆਇਰਨ, ਐਲੂਮੀਨੀਅਮ ਤੋਂ ਇਲਾਵਾ ਕੁਆਰਟਸ, ਸੈਂਡ ਵਗੈਰਾ, ਸਿਲਟ ਵਗੈਰਾ ਹੁੰਦੀ ਆ। A3 ਇਹ ਟ੍ਰਾਂਜ਼ੀਸ਼ਨਲ ਲੇਅਰ ਆ A ਔਰ B ਹੋਰੀਜ਼ੋਨ ਦੇ ਵਿੱਚ। ਉੱਪਰ ਕਹਿ ਲਓ ਕਿ O ਹੋਰੀਜ਼ੋਨ ਸੀ, ਉਸ ਤੋਂ ਨੀਚੇ A ਔਰ ਉਸ ਤੋਂ ਨੀਚੇ B ਹੋਰੀਜ਼ੋਨ। ਤਾਂ ਟ੍ਰਾਂਜ਼ੀਸ਼ਨ ਲੇਅਰ ਅਸੀਂ ਇਹਨੂੰ ਕਹਿ ਸਕਦੇ ਹਾਂ ਜੋੜਨ ਵਾਲੀ। ਇਹ ਜਿਹੜੀ ਟ੍ਰਾਂਜ਼ੀਸ਼ਨਲ ਲੇਅਰ ਆ ਇਹ ਇੱਥੇ ਮਤਲਬ ਜਿਹੜੇ ਇਹਨਾਂ ਦੀ ਪ੍ਰੋਪਰਟੀਜ਼ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਜ਼ਿਆਦਾ ਮਿਲਦੀਆਂ ਆ A1 ਔਰ A2 ਨਾਲ ਐਜ਼ ਕੰਪੇਅਰ ਟੂ ਅੰਡਰਲਾਈਨ B ਹੋਰੀਜ਼ੋਨ। ਇਹ ਹੋਰੀਜ਼ੋਨ ਕਈ ਵਾਰ ਐਬਸੈਂਟ ਵੀ ਹੁੰਦਾ ਆ, ਹੈ ਨਾ। ਕਿਸੇ ਮਿੱਟੀ 'ਚ ਹੋ ਸਕਦਾ ਹੈ ਕਿ ਤੁਹਾਨੂੰ A3 ਹੋਰੀਜ਼ੋਨ ਜਿਹੜਾ ਹੈ ਉਹ ਦਿਖੇ ਹੀ ਨਾ, ਐਬਸੈਂਟ ਵੀ ਹੋ ਸਕਦਾ ਆ। ਫਿਰ ਜੇ ਅਸੀਂ ਗੱਲ ਕਰੀਏ B ਹੋਰੀਜ਼ੋਨ ਦੀ, ਤਾਂ B ਹੋਰੀਜ਼ੋਨ
ਦੇ ਵਿੱਚ ਉਹੀ ਕਲੇ, ਆਇਰਨ, ਐਲੂਮੀਨੀਅਮ, ਹਿਊਮਸ ਇਹ ਪ੍ਰੈਜੈਂਟ ਹੁੰਦਾ ਆ। ਚਾਹੇ ਇਕੱਲੇ ਇਕੱਲੇ ਵੀ ਪ੍ਰੈਜੈਂਟ ਹੋ ਸਕਦੇ ਆ, ਕੰਬੀਨੇਸ਼ਨ 'ਚ ਵੀ ਪ੍ਰੈਜੈਂਟ ਹੋ ਸਕਦੇ ਆ। ਹੋਰ ਇਸ ਤੋਂ ਇਲਾਵਾ ਸੈਸਕਿਓ ਆਕਸਾਈਡਸ ਇਹ ਸਾਰੇ ਉੱਥੇ ਪ੍ਰੈਜੈਂਟ ਹੁੰਦੇ ਆ, ਆਕਸਾਈਡਸ ਵਗੈਰਾ ਜਿਹੜੇ ਡਾਰਕ ਕਲਰ ਦਿੰਦੇ ਆ ਉਸ ਮਿੱਟੀ ਨੂੰ, ਅਤੇ ਰੈੱਡ ਕਲਰ ਜ਼ਿਆਦਾ ਥੋੜ੍ਹਾ ਇੰਪਾਰਟ ਹੁੰਦਾ ਆ ਉਸ ਜਗ੍ਹਾ 'ਤੇ। ਠੀਕ ਹੈ, ਦੈਨ ਇਹਨੂੰ ਵੀ ਡਿਵਾਈਡ ਕੀਤਾ ਗਿਆ ਡਿਫਰੈਂਟ ਹੋਰੀਜ਼ੋਨਸ B1, B2 ਅਤੇ B3। B1 ਜਿਹੜਾ ਆ ਇਹ ਟ੍ਰਾਂਜ਼ੀਸ਼ਨਲ ਲੇਅਰ ਆ ਬਿਟਵੀਨ A ਐਂਡ B, ਅਤੇ ਇਹਦੀ ਪ੍ਰੋਪਰਟੀਜ਼ ਜਿਹੜੀਆਂ ਆ ਮੋਰ ਲਾਈਕ A ਰਾਦਰ ਦੈਨ B। ਫਿਰ B2 ਇਹ ਜ਼ੋਨ ਆਫ ਮੈਕਸੀਮਮ ਅਕਮੂਲੇਸ਼ਨ ਆਫ ਕਲੇ, ਆਇਰਨ, ਐਲੂਮੀਨੀਅਮ ਆਕਸਾਈਡ। ਆਪਾਂ ਗੱਲ ਕਰਦੇ ਨਾ ਕਿ ਮਿੱਟੀ ਦੇ ਵਿੱਚ ਬਹੁਤ ਸਾਰੇ ਐਲੀਮੈਂਟਸ, ਧਾਤੂ, ਮਿਨਰਲਸ ਵਗੈਰਾ ਪ੍ਰੈਜੈਂਟ ਆ, ਤਾਂ ਉਹ ਜਦੋਂ ਤੁਸੀਂ ਹੁਣ ਐਸ ਸੱਚ ਨੇਕਡ ਆਈਸ ਨਾਲ ਤਾਂ ਆਪਾਂ ਨੂੰ ਮਿਨਰਲਸ ਵਗੈਰਾ ਨਹੀਂ ਦੇਖਦੇ ਹੈਗੇ, ਉਹਨਾਂ ਨੂੰ ਉਹਦੀ ਐਕਸਟ੍ਰੈਕਸ਼ਨ ਕਰਨੀ ਪੈਂਦੀ ਹੈ। ਤੁਸੀਂ ਕੈਮਿਸਟਰੀ 'ਚ ਪੜ੍ਹਿਆ ਹੀ ਆ, ਐਕਸਟ੍ਰੈਕਸ਼ਨ ਆਫ ਡਿਫਰੈਂਟ ਐਲੀਮੈਂਟਸ, ਹੈ ਨਾ, ਕੁਛ ਪੜ੍ਹੇ ਹੋਣੇ ਆ, ਜੇ ਸਾਰੇ ਵੀ ਨਹੀਂ ਵੀ ਪੜ੍ਹੇ ਤਾਂ B2 ਜ਼ੋਨ ਦੇ ਵਿੱਚ ਇਸ ਤੋਂ ਆਕਸਾਈਡਸ ਵਗੈਰਾ ਤੋਂ ਇਲਾਵਾ ਹੋਰ ਜਿੱਦਾਂ ਆਰਗੈਨਿਕ ਮੈਟਰ ਕੰਟੈਂਟਸ ਵਗੈਰਾ ਵੀ ਪ੍ਰੈਜੈਂਟ ਹੁੰਦਾ ਆ। ਇਹਦਾ ਕਲਰ ਡਾਰਕ ਹੁੰਦਾ ਆ ਦੈਨ A2 ਹੋਰੀਜ਼ਨ। ਫਿਰ B3 ਜਿਹੜੀ ਟ੍ਰਾਂਜ਼ੀਸ਼ਨ ਹੋਰੀਜ਼ਨ ਆ BC ਦੇ ਵਿੱਚ, ਇਹਦੀ ਪ੍ਰੋਪਰਟੀਜ਼ ਸਿਮਿਲਰ ਹੁੰਦੀਆਂ ਆ ਟੂ B2 ਰਾਦਰ ਦੈਨ C। ਠੀਕ ਹੈ, ਉੱਪਰ ਵਾਲੇ ਨਾਲ ਜ਼ਿਆਦਾ ਇਹਦੀ ਪ੍ਰੋਪਰਟੀਜ਼ ਮੈਚ ਕਰਦੀਆਂ। ਹੁਣ ਪ੍ਰੋਪਰਟੀਜ਼ 'ਚ ਕੀ ਆ, ਕਿਹੜੇ ਆਕਸਾਈਡਸ ਪ੍ਰੈਜੈਂਟ ਹੋਣੇ ਆ, ਕਲਰ ਕਿੱਦਾਂ ਦਾ ਹੁੰਦਾ ਆ, ਇਹੀ 2-3 ਚੀਜ਼ਾਂ ਆਪਾਂ ਇਹਦੇ ਵਿੱਚ ਡਿਸਕ੍ਰਾਈਬ ਕਰਨੀਆਂ ਆ। ਫਿਰ ਨੈਕਸਟ ਜਿਹੜਾ ਹੈਗਾ ਆ C ਹੋਰੀਜ਼ਨ। C ਹੋਰੀਜ਼ਨ ਜਿਹੜਾ ਆ ਇਹ ਬਿਲੋ A, B ਤੋਂ ਨੀਚੇ ਪ੍ਰੈਜੈਂਟ ਹੁੰਦਾ ਆ, ਲੈਸ ਅਫੈਕਟਡ ਬਾਈ ਸੋਇਲ ਫਾਰਮਿੰਗ ਪ੍ਰੋਸੈਸਿਸ, ਆਊਟਸਾਈਡ ਦਾ ਜ਼ੋਨ ਆਫ ਮੇਜਰ ਬਾਇਓਲੋਜੀਕਲ ਐਕਟੀਵਿਟੀਜ਼। ਇੱਥੇ ਬਾਇਓਲੋਜੀਕਲ ਐਕਟੀਵਿਟੀਜ਼ ਜਿਹੜੀ ਆ ਉਹ ਨਹੀਂ ਹੁੰਦੀ, ਘੱਟ ਹੁੰਦੀ ਆ। ਕਾਰਬੋਨੇਟ, ਸਲਫੇਟਸ, ਕੈਲਸ਼ੀਅਮ, ਮੈਗਨੀਸ਼ੀਅਮ ਜਿਹੜਾ ਇੱਥੇ ਪ੍ਰੈਜੈਂਟ ਹੁੰਦਾ ਹੈ। ਫਿਰ ਜਿਹੜਾ ਸਭ ਤੋਂ ਲਾਸਟ ਜ਼ੋਨ ਹੈਗਾ, ਸਭ ਤੋਂ ਨੀਚੇ ਆਪਾਂ ਉੱਥੇ ਬੈੱਡ ਰੌਕ ਇੱਦਾਂ ਥੱਲੇ ਵਾਲਾ ਦੇਖਿਆ ਸੀਗਾ, ਉਹ ਹੈਗਾ ਆਰ ਜ਼ੋਨ। ਇਹਨੂੰ ਅੰਡਰਲਾਈੰਗ ਕੰਸੋਲੀਡੇਟਿਡ ਬੈੱਡ ਰੌਕ ਵੀ ਆਪਾਂ ਕਹਿ ਦਿੰਦੇ ਹਾਂ। ਇਟ ਮੇ ਔਰ ਮੇ ਨਾਟ ਬੀ ਲਾਈਕ ਪੇਰੈਂਟ ਰੌਕ ਵਰਗਾ ਇਹ ਹੋ ਸਕਦਾ। ਮੀਨ ਸਭ ਤੋਂ ਥੱਲੇ ਪੱਥਰ ਵੀ ਸਾਨੂੰ ਮਿਲਦੇ ਆ ਜਦੋਂ ਤੁਸੀਂ ਮਿੱਟੀ ਨੂੰ ਪੱਟਦੇ ਆ, ਜਦੋਂ ਬੋਰ ਕਰਾਉਂਦੇ ਆ, ਉਦੋਂ ਬਹੁਤ ਸਾਰੀਆਂ ਕਚਰਾ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਬਾਹਰ ਨਿਕਲਦੀਆਂ ਆ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤਾਂ ਇਹ ਜਿਹੜੇ ਰੌਕਸ ਆ ਉਹੀ ਰੌਕਸ ਹੁੰਦੇ ਆ ਜਿਹ ਤੋਂ ਸੋਲਮ ਜਾਂ ਸੋਇਲ ਫਾਰਮੇਸ਼ਨ ਹੁੰਦਾ ਆ। ਤਾਂ ਆਰ ਜ਼ੋਨ ਦੇ ਵਿੱਚ ਉਹ ਪੱਥਰ ਪ੍ਰੈਜੈਂਟ ਹੁੰਦੇ ਆ ਜਿਹੜੇ ਟੁੱਟ ਕੇ ਸੋਇਲ ਫਾਰਮੇਸ਼ਨ ਕਰਦੇ ਆ, ਜਾਂ ਉੱਦਾਂ ਦੇ ਪੱਥਰ ਪ੍ਰੈਜੈਂਟ ਹੁੰਦੇ ਆ ਜਿਹੜੇ ਟੁੱਟ ਕੇ ਸੋਇਲ ਫਾਰਮੇਸ਼ਨ ਕਰਦੇ ਆ। ਫਿਰ ਨੈਕਸਟ ਹੈਗਾ ਕੰਪੋਜੀਸ਼ਨ ਆਫ ਸੋਇਲ। ਹੁਣ ਸੋਇਲ ਜਿਹੜੀ ਆ 4 ਮੇਨ ਕੰਪੋਨੈਂਟਸ ਦੀ ਬਣੀ ਹੁੰਦੀ ਆ। ਇਹ ਲਿਕੁਇਡ, ਗੈਸ਼ੀਅਸ ਅਤੇ ਤੁਹਾਡੇ ਆਰਗੈਨਿਕ ਮੈਟਰ ਵਗੈਰਾ, ਹੈ ਨਾ, ਸੋਲਿਡ, ਲਿਕੁਇਡ, ਗੈਸ਼ੀਅਸ, ਅਤੇ ਤਿੰਨੋਂ ਪ੍ਰੈਜੈਂਟ ਹੁੰਦੇ ਆ ਕੰਪੋਨੈਂਟਸ। ਹੁਣ ਮਿਨਰਲ ਮੈਟਰ ਇਹ 45% ਹੁੰਦਾ ਸੋਇਲ ਦੇ ਵਿੱਚ, ਆਰਗੈਨਿਕ ਮੈਟਰ 5%, ਵਾਟਰ 25%, ਏਅਰ ਵੀ ਨੀਅਰ ਅਬਾਊਟ, ਏਅਰ ਮੀਨਸ ਗੈਸਿਸ ਜਿਹੜੀਆਂ ਆ ਨੀਅਰ ਅਬਾਊਟ 25% ਪ੍ਰੈਜੈਂਟ ਹੁੰਦਾ ਆ। ਮਿਨਰਲ ਮੈਟਰ ਹੁਣ ਤੁਹਾਨੂੰ ਪਤਾ ਹੀ ਆ, ਮਿਨਰਲਸ ਦੇ ਵਿੱਚ ਇਹ ਅਲੱਗ-ਅਲੱਗ ਸਾਈਜ਼ ਦਾ ਹੁੰਦਾ ਆ ਮਿਨਰਲ, ਹੈ ਨਾ। ਇਹ ਜਿਹੜੇ ਆ ਕੁਛ ਵੱਡੇ ਵੀ ਹੁੰਦੇ ਆ, ਜਿਵੇਂ ਛੋਟੇ ਛੋਟੇ ਰੌਕਸ ਦੇ ਟੁਕੜਿਆਂ ਜਾਂ ਬਜਰੀ ਜਿੰਨੇ ਸਾਈਜ਼ ਦੇ। ਦੂਸਰੇ ਜਿਹੜੇ ਆ ਉਹ ਕੁਛ ਛੋਟੇ ਹੁੰਦੇ ਆ, ਕੁਛ ਕੋਲਾਈਡਲ ਕਲੇ ਪਾਰਟੀਕਲਸ ਵਰਗੇ ਹੁੰਦੇ ਆ, ਅਤੇ ਕਈ ਜਿਹੜੇ ਉਹ ਇੰਨੇ ਛੋਟੇ ਹੁੰਦੇ ਆ ਕਿ ਅਸੀਂ ਉਹਨਾਂ ਨੂੰ ਇਲੈਕਟ੍ਰੋਨ ਮਾਈਕਰੋਸਕੋਪ ਤੋਂ ਬਿਨਾਂ ਨਹੀਂ ਦੇਖ ਸਕਦੇ ਹੈਗੇ। ਆਰਗੈਨਿਕ ਮੈਟਰ ਇਹ ਰਿਪਰੈਜ਼ੈਂਟ ਕਰਦਾ ਆ ਪਾਰਸ਼ਲੀ ਸਿੰਥੇਸਾਈਜ਼ ਪਲਾਂਟਸ ਐਂਡ ਐਨੀਮਲ ਰੈਸੀਡਿਊ। ਜਿਹੜੇ ਟਹਿਣੀਆਂ, ਬਰਡਸ, ਫਲਾਵਰਸ ਵਗੈਰਾ ਡਿੱਗਦੇ ਆ ਸੋਇਲ ਦੇ ਵਿੱਚ,
ਉਹਨੂੰ ਹੀ ਅਸੀਂ ਆਰਗੈਨਿਕ ਮੈਟਰ ਕਹਿੰਦੇ ਆ। ਪਹਿਲਾਂ ਉਹ ਐਸ ਸੱਚ ਫਰੈਸ਼ ਕੰਡੀਸ਼ਨ 'ਚ ਪ੍ਰੈਜ਼ੈਂਟ ਹੁੰਦਾ ਆ। ਹੌਲੀ ਹੌਲੀ ਮਾਈਕਰੋ ਆਰਗੈਨਿਜ਼ਮਸ ਜਿਹੜੇ ਆ ਉਹਨੂੰ ਡੀਕੰਪੋਜ਼ ਕਰਨਾ ਸਟਾਰਟ ਕਰਦੇ ਆ। ਡੀਕੰਪੋਜ਼ ਕਰਕੇ ਉਹਨੂੰ ਜਦੋਂ ਪੂਰੀ ਤਰ੍ਹਾਂ ਉਹ ਡੀਕੰਪੋਜ਼ਡ ਹੋ ਜਾਂਦਾ, ਉਹਨੂੰ ਆਪਾਂ ਹਿਊਮਸ ਕਹਿ ਦਿੰਦੇ ਆ, ਹੈ ਨਾ। ਅਤੇ ਇਹ ਦਿੰਦੇ ਆ ਐਨਰਜੀ ਟੂ ਸੋਇਲ ਤੋਂ ਐਨਰਜੀ ਪਲਾਂਟਸ ਨੂੰ ਵੀ ਮਿਲਦੀ ਆ, ਨਿਊਟ੍ਰੀਐਂਟਸ ਮਿਲਦੇ ਆ ਸੋਇਲ ਨੂੰ। ਸੋ ਇਹ ਜਿਹੜੇ ਆ ਆਰਗੈਨਿਕ ਮੈਟਰ ਹੋਏਗਾ, ਮਾਈਕਰੋ ਆਰਗੈਨਿਜ਼ਮਸ ਦੀ ਐਕਟੀਵਿਟੀ ਉੱਥੇ ਵਧੇਗੀ, ਡੀਕੰਪੋਜੀਸ਼ਨ ਤਾਂ ਹੀ ਹੋਣਾ ਆ। ਹੁਣ ਨਿਊਟ੍ਰੀਐਂਟਸ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਨਿਊਟ੍ਰੀਐਂਟਸ ਸੋਇਲਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਅਤੇ ਇਹ ਨਿਊਟ੍ਰੀਐਂਟ ਜਿਹੜੇ ਆ ਪਲਾਂਟਸ ਦੀ ਗਰੋਥ ਡਿਵੈਲਪਮੈਂਟ ਲਈ ਇੰਪੋਰਟੈਂਟ ਹੁੰਦੇ ਆ ਜਾਂ ਰੋਲ ਪਲੇ ਕਰਦੇ ਆ। ਲੋ ਨਿਊਟ੍ਰੀਐਂਟ ਜਿਹੜੇ ਆ, ਜਿੱਥੇ ਸੋਇਲ 'ਚ ਲੋ ਨਿਊਟ੍ਰੀਐਂਟਸ ਪ੍ਰੈਜ਼ੈਂਟ ਹੋਣਗੇ ਉੱਥੇ ਸਟੰਟਡ ਗਰੋਥ, ਮਤਲਬ ਪਲਾਂਟਸ ਦੀ ਜ਼ਿਆਦਾ ਗਰੋਥ ਨਹੀਂ ਹੁੰਦੀ, ਡਵਾਰਫਿਜ਼ਮ ਹੋ ਜਾਂਦਾ ਆ। ਲੋ ਫਲਾਰਿੰਗ, ਫਰੂਟ ਪ੍ਰੋਡਕਸ਼ਨ ਘੱਟ ਹੁੰਦੀ ਆ। ਕੈਨ ਬੀ ਸਪਲਾਈਡ ਬਾਈ ਦਾ ਐਡੀਸ਼ਨ ਆਫ ਫਰਟੀਲਾਈਜ਼ਰਸ ਪਾਉਣੇ ਪੈਂਦੇ ਆ ਸਾਨੂੰ ਉੱਥੇ। ਦੋ ਕੈਟਾਗਰੀਜ਼ ਦੇ ਨਿਊਟ੍ਰੀਐਂਟਸ ਹੁੰਦੇ ਆ, ਮੈਕਰੋ ਅਤੇ ਮਾਈਕਰੋ। ਇਹ ਵੀ ਤੁਸੀਂ ਕੈਮਿਸਟਰੀ 'ਚ ਪੜ੍ਹਿਆ ਆ, ਜੇ ਇੱਥੇ ਨਹੀਂ ਪੜ੍ਹਿਆ ਸੈਕਿੰਡ ਬੁੱਕ 'ਚ ਆਪਾਂ ਪੂਰਾ ਮੈਕਰੋ ਮਾਈਕਰੋ ਨਿਊਟ੍ਰੀਐਂਟਸ ਵਾਲਾ ਚੈਪਟਰ ਪੜ੍ਹਨਾ ਆ। ਫਿਲਹਾਲ ਤੁਸੀਂ ਇੱਥੇ ਬਸ ਇਹੀ ਇੰਨਾ ਕੁ ਪੜ੍ਹ ਲਓ। NPK, ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ, ਇਹ ਸਾਰੇ ਜਿਹੜੇ ਆ ਮੈਕਰੋ ਨਿਊਟ੍ਰੀਐਂਟਸ ਹੈ। ਮਾਈਕਰੋ 'ਚ ਹੋ ਗਏ ਤੁਹਾਡੇ ਬੋਰੋਨ, ਕਾਪਰ, ਆਇਰਨ, ਕਲੋਰਾਈਡ, ਮੈਗਨੀਸ਼ੀਅਮ, ਮੋਲੀਬਡੇਨਮ, ਜ਼ਿੰਕ ਵਗੈਰਾ, ਇਹ ਹੋ ਗਏ ਮਾਈਨਰ। ਹੁਣ ਕੈਲਸ਼ੀਅਮ ਜਿਹੜਾ ਆ ਸੈਕੰਡਰੀ ਮੈਕਰੋ ਨਿਊਟ੍ਰੀਐਂਟ ਆ, ਸੈਲ ਵਾਲ ਵਗੈਰਾ ਬਣਾਉਂਦਾ ਆ, ਪ੍ਰੋਪਰ ਗਰੋਥ ਟਿਸ਼ੂਜ਼ ਦੇ ਲਈ ਕੈਲਸ਼ੀਅਮ ਚਾਹੀਦਾ ਹੁੰਦਾ ਆ। ਡੈਫੀਸ਼ੀਐਂਸੀ ਆਫ ਕੈਲਸ਼ੀਅਮ ਜਿਹੜਾ ਆ ਉਹ ਐਸਿਡਿਕ ਸੋਇਲ ਬਣਾ ਦਿੰਦਾ ਆ। ਨੈਕਰੋਸਿਸ ਮਤਲਬ ਪੱਤੀਆਂ ਜਿਹੜੀਆਂ ਆ ਉਹ ਪ੍ਰੋਪਰ ਉਹਨਾਂ ਦੀ ਨੈਕਰੋਸਿਸ ਮਤਲਬ ਯੈਲੋਇੰਗ ਕਲਰ, ਕਲੋਰੋਫਿਲ ਲਾਸ ਹੋਣਾ ਸ਼ੁਰੂ ਹੋ ਜਾਂਦਾ ਆ, ਮੁਰਝਾਣੀਆਂ ਸ਼ੁਰੂ ਹੋ ਜਾਂਦੀਆਂ ਆ। ਇੱਦਾਂ ਹੀ ਨਾਈਟ੍ਰੋਜਨ ਵੀ ਜ਼ਰੂਰੀ ਹੈ, ਪ੍ਰਾਇਮਰੀ ਮੈਕਰੋ ਨਿਊਟ੍ਰੀਐਂਟ ਆ, ਪੱਤੀਆਂ ਨੂੰ ਚਾਹੀਦਾ ਹੁੰਦਾ ਆ। ਕਲੋਰੋਫਿਲ ਪ੍ਰੋਪਰ ਉੱਥੇ ਡਿਵੈਲਪ ਹੋਵੇ, ਲੀਵਸ ਪ੍ਰੋਪਰ ਗਰੋਥ ਹੋਵੇ, ਉਹਦੇ ਲਈ ਨਾਈਟ੍ਰੋਜਨ ਚਾਹੀਦਾ ਹੁੰਦਾ ਆ। ਜੇ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ ਹੋਵੇ ਤਾਂ ਘੱਟ ਗਰੋਥ ਹੁੰਦੀ ਆ, ਪੇਲ ਯੈਲੋ, ਪੇਲ ਗ੍ਰੀਨ ਕਲਰ ਦੀ ਲੀਵਸ ਹੁੰਦੀਆਂ ਆ। ਫਿਰ ਫਾਸਫਰਸ ਵੀ ਇੱਦਾਂ ਹੀ ਇੱਕ ਮੇਜਰ ਪ੍ਰਾਇਮਰੀ ਮੈਕਰੋ ਨਿਊਟ੍ਰੀਐਂਟ ਆ। ਇਹ ਵੀ ਸੈਲ ਡਿਵੈਲਪਮੈਂਟ, ਗਰੋਥ, ਰੂਟਸ ਦੀ ਗਰੋਥ ਲਈ, ATP ਬਣਾਉਣ ਲਈ ਲਿਮਿਟਡ ਇਨ ਕਈ ਸੋਇਲਸ 'ਚ ਦੀ ਵੈਸੇ ਹੀ ਇਹ ਘੱਟ ਪ੍ਰੈਜ਼ੈਂਟ ਹੁੰਦਾ ਆ, ਕਿਉਂਕਿ ਇਹ ਹੌਲੀ ਹੌਲੀ ਇਨਸੋਲੇਬਲ ਫਾਸਫੇਟਸ ਤੋਂ ਰਿਲੀਜ਼ ਹੁੰਦਾ ਆ ਸੋਇਲ ਦੇ ਵਿੱਚ। ਫਿਰ ਫਾਸਫਰਸ ਦੀ ਡੈਫੀਸ਼ੀਐਂਸੀ ਨਾਲ ਗ੍ਰੀਨ ਕਲਰ ਜਿਹੜਾ ਆ ਉਹ ਵੱਧ ਜਾਂਦਾ ਆ, ਉਹ ਅਵਾਗੋਨ ਗ੍ਰੀਨ ਦਿਖਦੀਆਂ ਆ ਪੱਤੀਆਂ। ਪੂਅਰ ਰੂਟ ਡਿਵੈਲਪਮੈਂਟ, ਪਰਪਲਿਸ਼ ਲੀਵਸ ਹੋ ਜਾਂਦੀਆਂ ਆ। ਕਈ ਪਲਾਂਟਸ ਦੇ ਵਿੱਚ ਪਰਪਲਿਸ਼ ਲੀਵਸ ਹੋ ਜਾਂਦੀਆਂ ਆ, ਕਈਆਂ ਦੇ ਵਿੱਚ ਐਕਸਟਰਾ ਹੀ ਗ੍ਰੀਨ ਜਿਹਾ ਕਲਰ ਦਿਖਦਾ ਆ। ਐਬਨੋਰਮਲ ਇਨਕਰੀਜ਼ ਇਨ ਸ਼ੂਗਰ ਕੰਟੈਂਟਸ, ਐਂਥੋਸਾਇਨਿਨ। ਫਿਰ ਕਈਆਂ ਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਅਸੀਂ ਪੜ੍ਹਨਾ ਆ ਸੋਇਲ ਦੇ ਵਿੱਚ, ਸੋਇਲ ਟੈਕਸਚਰ। ਹੁਣ ਸੋਇਲ ਟੈਕਸਚਰ ਕੀ ਆ, ਜਿਵੇਂ ਕੀ ਸੋਇਲ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਆ। ਮੰਨ ਲਓ ਆਪਾਂ ਪੜ੍ਹਿਆ ਆ ਕਿ ਸੋਇਲ ਦੇ ਵਿੱਚ ਸੈਂਡ ਪ੍ਰੈਜ਼ੈਂਟ ਹੁੰਦੀ ਆ, ਸਿਲਟ ਪ੍ਰੈਜ਼ੈਂਟ ਹੁੰਦਾ ਆ, ਕਲੇ ਪ੍ਰੈਜ਼ੈਂਟ ਹੁੰਦੀ ਆ, ਲੋਮੀ ਸੋਇਲ ਹੁੰਦੀ ਆ। ਤਾਂ ਇਹ ਸਾਰਾ ਜਿਹੜਾ ਆ ਟੈਕਸਚਰ, ਇਹਨੂੰ ਅਸੀਂ ਕਹਿੰਦੇ ਆ। ਡੈਫੀਨੇਸ਼ਨ ਇਹਦੀ ਹੁੰਦੀ ਆ ਰਿਲੇਟਿਵ ਪ੍ਰਪੋਰਸ਼ਨ ਆਫ ਪਾਰਟੀਕਲਸ, ਕਿ ਕਿੰਨੇ ਵੇਟ 'ਚ ਕੀ ਚੀਜ਼ ਪ੍ਰੈਜ਼ੈਂਟ ਹੁੰਦੀ ਆ, ਉਹਨੂੰ ਅਸੀਂ ਕਹਿੰਦੇ ਆ ਸੋਇਲ ਟੈਕਸਚਰ। ਜਿਵੇਂ ਸੈਂਡ, ਸਿਲਟ, ਕਲੇ ਕਿੰਨੇ % ਪ੍ਰੈਜ਼ੈਂਟ ਆ। ਮੰਨ ਲਓ ਕੋਈ ਸੋਇਲ ਆ, ਉਹਦੇ ਵਿੱਚ 28% ਸੈਂਡ ਆ, 23% ਸਿਲਟ ਆ, 42% ਕਲੇ ਆ, ਇਸ ਤਰ੍ਹਾਂ ਦਾ ਇਹਨੂੰ ਅਸੀਂ ਟੈਕਸਚਰ ਕਹਿੰਦੇ ਹਾਂ। ਹੁਣ ਪਹਿਲੇ ਜੇ ਅਸੀਂ ਸੈਂਡ ਦੀ ਗੱਲ ਕਰੀਏ ਤਾਂ ਸੈਂਡ ਦੇ ਵਿੱਚ ਉਹ ਸੋਇਲਸ ਆਉਂਦੀਆਂ ਆ
ਜਿਹਦੇ ਵਿੱਚ ਸੈਂਡ ਜਿਹੜੀ ਆ ਉਹ 70% ਪ੍ਰੈਜ਼ੈਂਟ ਹੁੰਦੀ ਆ, ਔਰ ਕਲੇ ਜਿਹੜੀ ਆ ਉਹਦੇ ਵਿੱਚ 15% ਜਾਂ ਉਸ ਤੋਂ ਵੀ ਘੱਟ ਪ੍ਰੈਜ਼ੈਂਟ ਹੁੰਦੀ ਆ। ਠੀਕ ਹੈ। ਦੈਨ ਸੈਕਿੰਡ ਇਜ਼ ਸਿਲਟ। ਸਿਲਟ ਨੂੰ ਅਸੀਂ ਪੰਜਾਬੀ 'ਚ ਇਹਨੂੰ ਗਾਰ ਕਹਿੰਦੇ ਆ। ਜਿੱਦਾਂ ਆਹ ਨਦੀਆਂ ਨਹਿਰਾਂ ਆ, ਇਹਦੇ ਵਿੱਚ ਪਾਣੀ ਨਾਲ ਵਗ ਕੇ ਜਦੋਂ ਕਦੇ ਸੁੱਕੀ ਹੋਵੇ ਨਹਿਰ, ਪਾਣੀ ਨਾ ਹੋਵੇ, ਤਾਂ ਆਪਾਂ ਨੂੰ ਥੱਲੇ ਚਿਪਕਦੀ ਆ ਹੱਥਾਂ ਨੂੰ, ਉਹਨੂੰ ਕਹਿੰਦੇ ਆ ਗਾਰ। ਸਿਲਟ ਜਿਹੜੀ ਆ ਇਹਦੇ ਵਿੱਚ 80% ਸਿਲਟ, 12 ਤੋਂ ਘੱਟ ਕਲੇ। ਪ੍ਰੋਪਰਟੀਜ਼ ਇਹਦੀਆਂ ਹੈਗੀਆਂ ਆ ਕਿ ਸਿਲਟ ਜਿਹੜੀ ਆ ਸਿਰਫ ਸਿਲਟ ਦੇ ਵਿੱਚ ਸਿਲਟ ਹੀ ਇਨਕਲੂਡ ਕੀਤੀ ਆ, ਅਦਰ ਪ੍ਰੋਪਰਟੀ ਹੋਰ ਨਹੀਂ ਇਹਦੇ ਵਿੱਚ ਕੁਛ ਹੁੰਦਾ ਹੈਗਾ। ਕਲੇਸ ਜਿਹੜੀ ਆ, ਹੁਣ ਕਲੇ ਜਿਹੜੀ ਆਪਣੀ ਯੈਲੋ ਕਲੇ ਮਿੱਟੀ ਜਿਹੜੀ ਖੇਤਾਂ 'ਚ ਆਪਣੇ ਇਸ ਏਰੀਆ 'ਚ ਹੈਗੀ ਆ, ਜੇ 'ਚ ਸੈਂਡ ਘੱਟ ਹੋਵੇ, ਉਹਨੂੰ ਆਪਾਂ ਕਹਿੰਦੇ ਆ ਕਲੇ। ਇਹਦੇ ਵਿੱਚ 35% ਕਲੇ ਹੁੰਦੀ ਆ ਅਤੇ ਬਾਕੀਆਂ ਚੀਜ਼ਾਂ 40%। ਕਲੇ, ਸੈਂਡ, ਸਿਲਟ, ਕਲੇ ਇਹ 'ਚ ਪ੍ਰੈਜ਼ੈਂਟ ਹੁੰਦੀ ਆ। ਫਿਰ ਨੈਕਸਟ ਇਜ਼ ਲੋਮੀ ਸੋਇਲ। ਹੁਣ ਲੋਮ ਕੀ ਆ, ਇਹਦੇ ਵਿੱਚ ਕਹਿ ਲਓ ਕਿ ਆਉਂਦੇ ਹੈਗੇ ਆ ਮਿਕਸਚਰ ਆਫ ਸੈਂਡ, ਸਿਲਟ, ਕਲੇ ਪਾਰਟੀਕਲਸ, ਤਿੰਨੋਂ ਚੀਜ਼ਾਂ ਦਾ ਮਿਕਸਚਰ। ਇਹਦੇ ਵਿੱਚ ਉਹਨਾਂ ਦੀ ਪ੍ਰੋਪਰਟੀਜ਼ ਆਉਂਦੀਆਂ ਆ, ਹਰ ਚੀਜ਼ ਜਿਹੜੀ ਅਲੱਗ-ਅਲੱਗ। ਜਿੱਦਾਂ ਸੈਂਡ ਵੀ ਮੰਨ ਲਓ 20% ਆ, ਸਿਲਟ ਵੀ 20% ਆ, 30% ਆ, ਕਲੇ ਵੀ ਇਕੁਅਲ ਪ੍ਰਪੋਰਸ਼ਨਸ 'ਚ ਜਦੋਂ ਸੈਂਡ, ਸਿਲਟ, ਕਲੇ ਵਗੈਰਾ ਪ੍ਰੈਜ਼ੈਂਟ ਹੁੰਦੇ ਆ ਸਾਰੀਆਂ ਚੀਜ਼ਾਂ, ਉਹਨੂੰ ਆਪਾਂ ਕਹਿੰਦੇ ਹਾਂ ਲੋਮੀ ਸੋਇਲ। ਹੁਣ ਟੈਕਸਚਰ ਦੀ ਕੀ ਇੰਪੋਰਟੈਂਸ ਹੈ, ਕਿਉਂ ਪੜ੍ਹਨਾ ਜ਼ਰੂਰੀ ਆ? ਸੋਇਲ ਟੈਕਸਚਰ ਤੋਂ ਬਿਨਾਂ ਆਪਾਂ ਨੂੰ ਨਹੀਂ ਪਤਾ ਲੱਗਣਾ ਹੈਗਾ ਕਿ ਸੋਇਲ ਕਿਵੇਂ ਦੀ ਆ, ਇਹਦੇ ਵਿੱਚ ਕੀ ਕੀ ਪ੍ਰੈਜ਼ੈਂਟ ਆ। ਹੁਣ ਆਪਾਂ ਕਹਿ ਦਿੰਦੇ ਹਾਂ ਕਿ ਜਿੱਦਾਂ ਬੀਟ ਏਰੀਆਸ 'ਚ ਮੰਨ ਲਓ ਅਗਰ ਰੇਤਾ ਜ਼ਿਆਦਾ ਆ ਜਾਂ ਦਰਿਆ ਦੇ ਕੰਢੇ ਗਾਰ ਜ਼ਿਆਦਾ ਆ, ਤਾਂ ਇਹ ਡਿਪੈਂਡ ਕਰੂਗਾ ਕਿ ਜਿੱਥੇ ਕਲੇ ਕੰਟੈਂਟ ਜ਼ਿਆਦਾ ਹੋਇਆ ਜਾਂ ਠੀਕ ਮਾਤਰਾ 'ਚ ਹੋਇਆ, ਉਹੀ ਸੋਇਲ ਜਿਹੜੀ ਆ ਜ਼ਿਆਦਾ ਫਰਟਾਈਲ ਹੁੰਦੀ ਆ, ਉਹ ਉੱਥੇ ਹੀ ਜਿਹੜੀ ਕ੍ਰੌਪ ਪ੍ਰੋਡਕਟੀਵਿਟੀ ਉਹ ਜ਼ਿਆਦਾ ਹੁੰਦੀ ਹੈ। ਇਸ ਕਰਕੇ ਸੋਇਲ ਟੈਕਸਚਰ ਦੇ ਬਾਰੇ 'ਚ ਸਾਨੂੰ ਜਾਣਨਾ ਜਿਹੜਾ ਆ ਉਹ ਜ਼ਰੂਰੀ ਹੁੰਦਾ ਆ। ਟੈਕਸਚਰ ਤੋਂ ਹੀ ਅਸੀਂ ਮੈਨੇਜਮੈਂਟ ਪ੍ਰੋਡਕਟੀਵਿਟੀ ਸੋਇਲ ਦੀ ਇਹ ਈਜ਼ੀਲੀ ਕਰ ਸਕਦੇ ਹਾਂ। ਸੈਂਡੀ ਸੋਇਲਸ ਜਿਹੜੇ ਆ ਓਪਨ ਕਰੈਕਟਰ, ਲੂਜ਼, ਫਰਾਏਬਲ। ਸੈਂਡ 'ਚ ਤੁਹਾਨੂੰ ਪਤਾ ਹੀ ਹੈ, ਗਮਲੇ 'ਚ ਰੱਖ ਕੇ ਦੇਖਿਓ, ਪਾਣੀ ਪਾਉਂਗੇ ਤਾਂ ਸਾਰਾ ਪਾਣੀ ਇੱਕਦਮ ਡਰੇਨ ਹੋ ਜਾਣਾ ਆ। ਸੋ ਸੈਂਡ ਏਰੀਏਸ਼ਨ ਉਹਦੇ ਵਿੱਚ ਹੁੰਦੀ ਆ ਪ੍ਰੋਪਰ, ਕਿਉਂਕਿ ਉਹ ਥੋੜ੍ਹੇ ਕਹਿ ਲਓ ਵੱਡੇ ਪਾਰਟੀਕਲਸ ਹੁੰਦੇ ਆ, ਉਹਦੀ ਵਾਟਰ ਹੋਲਡਿੰਗ ਕਪੈਸਿਟੀ ਘੱਟ ਹੁੰਦੀ ਆ। ਠੀਕ ਹੈ। ਦੈਨ ਸੈਂਡੀ ਸੋਇਲ, ਲਿਟਲ ਵਾਟਰ ਹੋਲਡਿੰਗ ਕਪੈਸਿਟੀ। ਸੈਂਡੀ ਸੋਇਲ ਜਿਹੜੀ ਆ ਪਲਾਂਟ ਨਿਊਟਰੀਐਂਟਸ ਨੂੰ ਨਹੀਂ ਸਟੋਰ ਕਰਕੇ ਰੱਖ ਸਕਦੀ, ਲੋ ਆਰਗੈਨਿਕ ਮੈਟਰ ਨਹੀਂ ਉੱਥੇ ਜ਼ਿਆਦਾ ਰਿਟੇਨ ਹੁੰਦਾ, ਡੀਕੰਪੋਜੀਸ਼ਨ ਆਫ ਆਰਗੈਨਿਕ ਮੈਟਰ ਪ੍ਰੋਪਰਲੀ ਨਹੀਂ ਹੁੰਦਾ। ਨਿਊਟਰੀਐਂਟਸ ਜਿਹੜੇ ਉਹਨਾਂ ਦੀ ਲੀਚਿੰਗ ਬਹੁਤ ਜਲਦੀ, ਲੀਚਿੰਗ ਮਤਲਬ ਬਹੁਤ ਜਲਦੀ ਰਿਸ ਜਾਂਦੇ ਆ। ਸੋ ਇਹ ਹੈਗੇ ਆ ਇੰਪੋਰਟੈਂਸ ਆਫ ਟੈਕਸਚਰ। ਅਤੇ ਦੈਨ ਕੁਛ ਹੋਰ ਇੰਪੋਰਟੈਂਸ ਹੈਗੀ ਆ, ਕਲੇ ਪਾਰਟੀਕਲਸ ਇੰਪੋਰਟੈਂਟ ਰੋਲ ਮੈਂ ਪਹਿਲਾਂ ਵੀ ਦੱਸਿਆ ਕਿ ਫਰਟਾਈਲ ਹੁੰਦੀ ਆ, ਇਹਦੀ ਵਾਟਰ ਹੋਲਡਿੰਗ ਕਪੈਸਿਟੀ ਜ਼ਿਆਦਾ ਹੁੰਦੀ ਆ, ਹੈ ਨਾ, ਕਿ ਇਹਦੇ ਵਿੱਚ ਵੀ ਫਾਈਨ ਪੋਰਸ ਹੁੰਦੇ ਆ, ਪਾਣੀ ਇੱਕਦਮ ਪਾਓ ਤਾਂ ਨਹੀਂ ਬਾਹਰ ਡਰੇਨ ਨਹੀਂ ਹੁੰਦਾ, ਏਰੀਏਸ਼ਨ ਪ੍ਰੋਪਰ ਹੁੰਦੀ ਆ। ਦੈਨ ਇਹਦੇ ਵਿੱਚ ਨਿਊਟਰੀਐਂਟਸ ਇਹ ਹੋਲਡ ਕਰਕੇ ਰੱਖ ਸਕਦੀ ਆ। ਤਾਂ ਇਹ ਜਿਹੜੀ ਲੋਮ ਸੋਇਲ ਆ, ਪਿੱਛੇ ਵੀ ਆਪਾਂ ਦੇਖਿਆ ਕਿ ਜੇ 'ਚ ਸਾਰੀ ਚੀਜ਼ਾਂ ਇਕੁਅਲ ਪ੍ਰਪੋਰਸ਼ਨ 'ਚ ਪ੍ਰੈਜ਼ੈਂਟ ਹੁੰਦੀ ਆ, ਤਾਂ ਉਹ ਵੀ ਅੱਛੀ ਮੰਨੀ ਜਾਂਦੀ ਆ ਫॉर ਗਰੋਥ। ਐਗਰੀਕਲਚਰ ਜਿਹੜੀ ਬੈਸਟ ਐਗਰੀਕਲਚਰ ਸੋਇਲ ਆ ਉਹ ਹੁੰਦੀ ਹੈ ਜਿਹਦੇ ਵਿੱਚ 10 ਤੋਂ 20% ਕਲੇ, 5 ਤੋਂ 10% ਆਰਗੈਨਿਕ ਮੈਟਰ ਅਤੇ ਰੈਸਟ ਜਿਹੜੀ ਆ ਸਿਲਟ, ਸੈਂਡ ਹੋਣੀ ਚਾਹੀਦੀ ਆ, ਪਰ ਥੋੜ੍ਹੀ ਮਾਤਰਾ 'ਚ ਹੋਣੀ ਚਾਹੀਦੀ ਆ ਸੋਇਲ ਦੇ ਵਿੱਚ। ਉਹ ਸੋਇਲ ਜਿਹੜੀ ਆ ਗੁੱਡ ਸੋਇਲ ਹੁੰਦੀ ਆ ਫॉर ਪਲਾਂਟਸ ਲਈ।
फिर बेटा सॉयल टैक्सचर 'ਚ ਅਸੀਂ ਗੱਲ ਕਰੀਏ ਕਿ ਸੋਇਲ ਪਾਰਟੀਕਲਸ। ਹੁਣ ਤੁਸੀਂ ਦੇਖੋਗੇ ਸੋਇਲ ਪਾਰਟੀਕਲਸ ਇੱਦਾਂ ਅਲੱਗ-ਅਲੱਗ ਸ਼ੇਪ ਦੇ ਇਹਦੇ ਵਿੱਚ ਪਾਰਟੀਕਲਸ ਪ੍ਰੈਜ਼ੈਂਟ ਹੁੰਦੇ ਆ। ਸੈਂਡ, ਸਿਲਟ, ਕਲੇ ਤਾਂ ਹੁੰਦੀ ਆ। ਇਹ ਜਿਹੜੇ ਸੋਇਲ ਪਾਰਟੀਕਲਸ ਆ ਸਾਈਜ਼ 'ਚ ਵੇਰੀ ਕਰਦੇ ਰਹਿੰਦੇ ਆ। ਕਿਉਂ ਵੇਰੀ ਕਰਦੇ ਆ? ਕਿਉਂਕਿ ਇਹਨਾਂ ਦੇ ਵਿੱਚ ਉਹ ਸਪੇਸ 'ਤੇ ਡਿਪੈਂਡ ਕਰੂਗਾ, ਦੋ ਪਾਰਟੀਕਲਸ ਦੇ ਵਿਚਕਾਰ ਕਿੰਨੀ ਕੁ ਸਪੇਸ ਹੈਗੀ ਆ। ਅਤੇ ਜਦੋਂ ਅਸੀਂ ਇਹਨਾਂ ਦੇ ਵਿੱਚ ਪਾਣੀ ਪਾਉਣਾ ਆ ਤਾਂ ਉਹੀ ਪਾਰਟੀਕਲਸ ਅੱਛੇ ਮੰਨੇ ਜਾਣੇ ਜਿਹੜੇ ਪਾਣੀ ਨੂੰ ਥੋੜ੍ਹੀ ਦੇਰ ਹੋਲਡ ਕਰਕੇ ਰੱਖਣਗੇ। ਜੇ ਇੱਕਦਮ ਪਾਣੀ ਇੱਦਾਂ ਵਗ ਗਿਆ ਫਿਰ ਉਹ ਮਤਲਬ ਉਹ 'ਚ ਸਪੇਸ ਜ਼ਿਆਦਾ ਆ ਅਤੇ ਉਹ ਸੋਇਲ ਨਹੀਂ ਹੁੰਦੀ ਗੁੱਡ ਫॉर ਗਰੋਥ। ਹੁਣ ਸੈਂਡ ਕੀ ਆ, ਤੁਸੀਂ ਟੱਚ ਕਰੋਗੇ ਤਾਂ ਰਫ ਹੁੰਦੀ ਆ, ਨੇਕਡ ਆਈਜ਼ ਨਾਲ ਤੁਸੀਂ ਦੇਖ ਸਕਦੇ ਆ। ਸੈਂਪਲਿੰਗ, ਉਹਨੂੰ ਇੱਦਾਂ ਤੁਸੀਂ ਹੱਥ 'ਚ ਪਾ ਕੇ ਇੱਦਾਂ ਗਿਰਾਓਗੇ ਤਾਂ ਇੱਕਦਮ ਨੀਚੇ ਗਿਰ ਜਾਣੀ ਆ। ਸਿਲਟ ਜਿਹੜੀ ਆ ਉਹ ਡਰਾਈ, ਪਾਊਡਰੀ, ਸਮੂਥ, ਇਹਨੂੰ ਆਟੇ ਵਰਗੀ ਜਿਹੜੀ ਹੁੰਦੀ ਆ। ਵੈਟ, ਕਰੀਮੀ, ਸਟਿੱਕੀ, ਸਲਿਪਰੀ, ਹੈ ਨਾ, ਇੱਦਾਂ ਦੀ ਟੱਚ ਆਉਂਦੀ ਆ। ਇਹਨੂੰ ਹੱਥ ਨੂੰ ਚਿਪਕੂਗੀ ਜੇ ਤੁਸੀਂ ਉਹਨੂੰ ਹੱਥ ਨਾਲ ਟੱਚ ਕਰੋਗੇ ਤਾਂ। ਫਿਰ ਇਸੇ ਤਰ੍ਹਾਂ ਜੇ ਇਹ ਤੁਹਾਡੇ ਅੰਡਰਸਟੈਂਡਿੰਗ ਲਈ ਆ ਕਿ ਕੀ ਕਰੈਕਟਰਸ ਹੁੰਦੇ ਆ। ਕਲੇ ਜਿਹੜੀ ਆ ਤੁਸੀਂ ਆਪਣੇ ਖੇਤਾਂ ਦੀ ਮਿੱਟੀ ਡਰਾਈ, ਹਾਰਡ ਫੀਲ, ਸੁੱਕਣ 'ਤੇ ਕਿੱਦਾਂ ਹਾਰਡ ਹੋ ਜਾਂਦੀ ਹੈ, ਚਿਪਕ ਜਾਂਦੀ ਆ। ਗਿੱਲੀ ਕਰੋ ਤਾਂ ਇੱਕਦਮ ਵੈਟ, ਸਟਿੱਕੀ ਹੁੰਦੀ ਆ, ਪਲਾਸਟਿਕ ਵਰਗੀ ਤੁਹਾਨੂੰ ਟੱਚ ਕਰਨ 'ਚ ਆਊਗੀ, ਹੈ ਨਾ। ਕੈਨ ਬੀ ਸੀਨ ਵਿਦ ਐਨ ਇਲੈਕਟ੍ਰੋਨ ਮਾਈਕਰੋਸਕੋਪ, ਫਿੰਗਰਸ ਨਾਲ ਇਹ ਵੀ ਸਟਿਕ ਕਰ ਜਾਂਦੀ ਆ। ਹੁਣ ਜਿਹੜੀ ਆਪਾਂ ਸੈਂਡ, ਸਿਲਟ, ਕਲੇ ਦੀ ਗੱਲ ਕੀਤੀ ਸੀਗੀ ਤਾਂ ਇਹ ਕਿੰਨੇ ਪਾਰਟੀਕਲ ਸਾਈਜ਼ ਜਿਹੜਾ ਗੱਲ ਕੀਤੀ ਆਪਾਂ ਕਿ ਵੇਰੀ ਕਰਦਾ ਆ ਫਰੋਮ ਸੋਇਲ ਟੂ ਸੋਇਲ। ਤਾਂ ਕਲੇ ਦਾ ਜਿਹੜਾ ਸਾਈਜ਼ ਆ ਲੈਸ ਦੈਨ 0.002 ਮਿਲੀਮੀਟਰ ਆ। ਸਿਲਟ ਦਾ 0.002 to 0.05 ਮਿਲੀਮੀਟਰ ਆ। ਸੈਂਡ 0.05 to 2 ਮਿਲੀਮੀਟਰ। ਹੋਰ ਫਾਈਨ ਸੈਂਡ 0.05 to 0.24। ਗ੍ਰੈਵਲਸ ਜਿਹੜੇ ਆ 2.75 ਮਿਲੀਮੀਟਰ ਜਾਂ 2 to 75 ਮਿਲੀਮੀਟਰ ਹੁੰਦੇ। ਕੋਬਲਸ, ਪੱਥਰ ਜਿਹੜੇ ਬਜਰੀ ਵਰਗੇ, ਗ੍ਰੈਵਲਸ ਤੋਂ ਥੋੜ੍ਹੇ ਜਿਹੇ ਵੱਡੇ, ਉਹ 75 ਤੋਂ 250 ਮਿਲੀਮੀਟਰ। ਸਟੋਨਸ ਹੋਰ ਵੱਡੇ ਜਿਹੜੇ ਆ ਉਹ 250 ਤੋਂ 600 ਮਿਲੀਮੀਟਰ। ਬੋਲਡਰਸ ਜਿਹੜੇ ਵੱਡੇ ਪੱਥਰ ਹੁੰਦੇ ਆ ਉਹ 600 ਤੋਂ ਉੱਪਰ ਮਿਲੀਮੀਟਰ ਉੱਪਰ ਜਿੰਨੇ ਮਰਜ਼ੀ ਸਾਈਜ਼ ਦੇ ਹੋ ਸਕਦੇ ਆ। ਫਿਰ ਜੇ ਅਸੀਂ ਗੱਲ ਕਰੀਏ ਸੋਇਲ ਦੀ, ਫਾਈਨ ਟੈਕਸਚਰਡ ਸੋਇਲ ਕਿਹੜੀ ਹੁੰਦੀ ਆ? ਜਿਹਦੇ ਵਿੱਚ ਲਾਰਜ ਅਮਾਊਂਟ ਆਫ ਸਿਲਟ ਐਂਡ ਕਲੇ ਪ੍ਰੈਜ਼ੈਂਟ ਹੁੰਦੀ ਆ। ਮਡੀ ਹੋ ਜਾਂਦੀ ਆ ਜਦੋਂ ਉਹਨੂੰ ਗਿੱਲਾ ਕਰੋ। ਪੋਰ ਸਪੇਸ ਘੱਟ ਹੁੰਦੀ ਆ ਸਪੇਸ, ਅਤੇ ਉਹ ਜ਼ਿਆਦਾ ਪਾਣੀ ਹੋਲਡ ਕਰ ਸਕਦੀ ਆ। ਕਲੇ ਸੋਇਲਸ ਬਿਗਨ ਟੂ ਡਰਾਈ, ਜਦੋਂ ਉਹਨੂੰ ਡਰਾਈ ਕਰੋ ਤਾਂ ਡਰਾਈ ਹੋ ਜਾਂਦੀ ਆ। ਸਟਿਲ ਹੋਲਡ ਲਾਰਜ ਕੁਆਂਟਿਟੀ ਆਫ ਵਾਟਰ ਬਟ ਐਡਹੈਸਿਵ ਐਂਡ ਕੋਹੈਸਿਵ ਪ੍ਰੋਪਰਟੀਜ਼ ਵਾਟਰ ਦੀਆਂ ਮੇਕ ਇਟ ਅਵੇਲੇਬਲ ਫॉर ਰੂਟ ਅਪਟੇਕ। ਤਾਂ ਰੂਟਸ ਉੱਥੇ ਪ੍ਰੋਪਰਲੀ ਨਹੀਂ, ਕਹਿ ਲਓ ਕਿ ਹਾਰਡ ਰੂਟਸ ਜਿਹੜੀਆਂ ਆ ਉਹ ਇਸ ਸੋਇਲ 'ਚ ਨਹੀਂ ਪ੍ਰੋਪਰਲੀ ਆਪਣੇ ਆਪ ਨੂੰ ਕਹਿ ਲਓ ਐਂਕਰੇਜ ਕਰ ਸਕਦੀਆਂ ਜਾਂ ਗਰੋ ਕਰ ਪਾਉਂਦੀਆਂ। ਛੋਟੇ ਪਲਾਂਟਸ ਦੀਆਂ ਜ਼ਰੂਰ ਹੋ ਜਾਂਦੀਆਂ। ਫਿਰ ਕੋਰਸ ਟੈਕਸਚਰਡ ਸਪੇਸ, ਇਹਦੇ ਵਿੱਚ ਪੋਰ ਸਪੇਸਿਸ ਜ਼ਿਆਦਾ ਹੁੰਦੀਆਂ। ਅਲਾਓ ਵਾਟਰ ਟੂ ਰਨ, ਡਰਾਟ ਪ੍ਰੋਨ, ਲਿਟਲ ਸਰਫੇਸ ਏਰੀਆ ਫॉर ਦਾ ਪਾਰਟੀਕਲ ਵੋਲਿਊਮ, ਫਰਟੀਲਿਟੀ ਇਹਦੀ ਘੱਟ ਹੁੰਦੀ ਆ। ਲੋਮੀ ਸੋਇਲ ਜਿਹੜੀ ਆ ਇਹ ਮਿਕਸ ਹੁੰਦੀ ਆ ਸੈਂਡ, ਸਿਲਟ, ਕਲੇ। ਇਹ ਜਿਹੜੀ ਲੋਮੀ ਸੋਇਲ ਆ ਇਹ ਬੈਸਟ ਹੁੰਦੀ ਆ ਫॉर ਐਗਰੀਕਲਚਰ। ਇੱਥੇ ਤੁਸੀਂ ਕ੍ਰੌਪਸ, ਪੌਦੇ ਉਗਾ ਸਕਦੇ ਆ। ਫਿਰ ਆਹ ਪਿਰਾਮਿਡ ਇੱਕ ਹੈਗਾ ਆ, ਇਹਨੂੰ ਕੋਈ ਇੱਦਾਂ ਰਟਣ ਦੀ ਲੋੜ ਨਹੀਂ ਹੈਗੀ, ਡਰਾ ਕਰ ਦਿਓ ਪੇਪਰ 'ਚ ਤਾਂ ਮਾਰਕਸ ਅੱਛੇ ਮਿਲ ਜਾਣਗੇ, ਹੈ ਨਾ। ਇਹਦੇ ਵਿੱਚ 34% ਸੈਂਡ, 33% ਸਿਲਟ, 33% ਕਲੇ। ਇਹ ਅਲੱਗ-ਅਲੱਗ ਕਲਰਸ ਨਾਲ ਦਿੱਤਾ ਹੋਇਆ ਆ। ਅੰਦਰ ਬਣਾਉਣ ਦੀ ਲੋੜ ਨਹੀਂ, ਬਸ ਐ ਕੋਈ ਡਾਇਮੈਂਸ਼ਨ ਵੀ ਯਾਦ ਰੱਖਣ ਦੀ ਲੋੜ ਨਹੀਂ, ਸਿਰਫ ਤੁਹਾਨੂੰ ਸੈਂਡ, ਸਿਲਟ, ਕਲੇ ਜਿਹੜਾ ਆ ਉਹ ਦੱਸਿਆ ਹੋਇਆ
ਗੁੱਡ ਸੋਇਲ ਦੇ ਵਿੱਚ, ਫਰਟਾਈਲ ਸੋਇਲ ਦੇ ਵਿੱਚ ਕਿੰਨਾ ਕੁ ਪ੍ਰੈਜ਼ੈਂਟ ਹੁੰਦਾ, ਕੀ ਪ੍ਰੈਜ਼ੈਂਟ ਹੁੰਦਾ ਹੈ। ਫਿਰ ਬੇਟਾ ਜਿਹੜਾ ਇੰਪੋਰਟੈਂਟ ਹੈਗਾ ਆ ਉਹ ਹੈਗਾ ਹੈ ਇੰਪੋਰਟੈਂਟ ਫਿਜ਼ਿਕੋ ਕੈਮੀਕਲ ਪ੍ਰੋਪਰਟੀਜ਼ ਆਫ ਸੋਇਲ। ਬਚਪਨ ਛੋਟੀ ਕਲਾਸਿਸ 'ਚ ਤੁਸੀਂ ਪੜ੍ਹੀਆਂ ਹੋਣੀਆਂ ਆ। ਫਿਜ਼ੀਕਲ ਪ੍ਰੋਪਰਟੀਜ਼ 'ਚ ਪਹਿਲਾਂ ਆਉਂਦਾ ਆ ਸੋਇਲ ਡੈਂਸਿਟੀ। ਡੈਂਸਿਟੀ ਆਫ ਸੋਇਲ ਜਿਹੜੀ ਆ ਇਹ ਕੀ ਹੁੰਦੀ ਆ, ਪੋਰ ਸਪੇਸ। ਜਿੱਦਾਂ ਹੁਣ ਮੈਂ ਗੱਲ ਕੀਤੀ ਕਿ ਸੋਇਲ ਦੇ ਵਿੱਚ ਪੋਰਸ ਹੁੰਦੇ ਆ ਅਤੇ ਸਪੇਸ ਹੁੰਦੀ ਆ, ਤਾਂ ਪੋਰ ਸਪੇਸ ਨੂੰ ਨਹੀਂ ਅਸੀਂ ਇਨਕਲੂਡ ਕਰਨਾ ਹੈਗਾ। ਏਅਰ ਜਿਹੜੀ ਉੱਥੇ ਪ੍ਰੈਜ਼ੈਂਟ ਹੋਏਗੀ ਉਹਨਾਂ ਸਪੇਸਿਸ 'ਚ ਉਹਨੂੰ ਵੀ ਨਹੀਂ ਇਨਕਲੂਡ ਕਰਨਾ। ਅਤੇ ਜਿਹੜੇ ਸੋਇਲ ਦੇ ਪਾਰਟੀਕਲਸ ਉਹਨਾਂ ਦਾ ਵੋਲਿਊਮ ਦੇਖਣਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡੈਂਸਿਟੀ। ਸੋਇਲ ਡੈਂਸਿਟੀ ਆਫ ਇਨਆਰਗੈਨਿਕ ਸੋਇਲ ਪਾਰਟੀਕਲਸ ਇਹ ਹੁੰਦੀ ਆ 2.65 ਗ੍ਰਾਮਸ ਪਰ ਸੈਂਟੀਮੀਟਰ ਕਿਊਬ। ਇੰਨੀ ਇਹਦੀ ਯੂਨਿਟ ਹੁੰਦੀ ਆ ਸੋਇਲ ਪਾਰਟੀਕਲਸ ਦੀ, ਅਤੇ ਰਿਪਰੈਜ਼ੈਂਟਡ ਹੁੰਦਾ ਹੈ ਬਾਈ ਵੇਟ ਆਫ ਸੋਇਲ ਪਰ ਯੂਨਿਟ ਵੋਲਿਊਮ। ਤਾਂ ਤੁਸੀਂ ਡੈਂਸਿਟੀ ਨੂੰ ਕੈਲਕੂਲੇਟ ਕਹਿ ਸਕਦੇ ਹਾਂ ਵੇਟ ਆਫ ਸੋਇਲ ਪਰ ਯੂਨਿਟ ਵੋਲਿਊਮ, ਇਹਨੂੰ ਅਸੀਂ ਕਹਿੰਦੇ ਹਾਂ ਡੈਂਸਿਟੀ। ਦੋ ਤਰ੍ਹਾਂ ਦੀ ਹੁੰਦੀ ਹੈ ਡੈਂਸਿਟੀ, ਬਲਕ ਡੈਂਸਿਟੀ ਅਤੇ ਪਾਰਟੀਕਲ ਡੈਂਸਿਟੀ। ਪਾਰਟੀਕਲ ਡੈਂਸਿਟੀ ਉਹ ਹੁੰਦੀ ਹੈ ਜਿਹਦੇ ਵਿੱਚ ਡੈਂਸਿਟੀ ਆਫ ਸੋਇਲ ਵਿਦਾਊਟ ਪੋਰ ਸਪੇਸ, ਜਿਹਦੇ ਵਿੱਚ ਅਸੀਂ ਸਪੇਸਿਸ ਨੂੰ ਨਹੀਂ ਇਨਕਲੂਡ ਕਰੀਦਾ, ਉਹਨੂੰ ਕਹਿੰਦੇ ਆ ਡੈਂਸਿਟੀ ਪਾਰਟੀਕਲ ਡੈਂਸਿਟੀ। ਅਤੇ ਬਲਕ ਡੈਂਸਿਟੀ ਹੁੰਦੀ ਆ ਜਿਹਦੇ ਵਿੱਚ ਡੈਂਸਿਟੀ ਆਫ ਸੋਇਲ ਇਨਕਲੂਡਿੰਗ ਪੋਰ ਸਪੇਸ, ਮਤਲਬ ਐਸ ਸੱਚ ਸੋਇਲ ਦਾ ਵੇਟ ਕਰ ਲਿਆ, ਉਹਨੂੰ ਕਹਿੰਦੇ ਆ ਬਲਕ ਡੈਂਸਿਟੀ। ਹੁਣ ਬੇਟੇ ਵੇਟ ਕਿੱਦਾਂ ਲੈਣਾ ਹੈ, ਜਿੱਦਾਂ 10 ਗ੍ਰਾਮ ਸੋਇਲ ਆਪਾਂ ਲਈ, ਮੰਨ ਲਓ ਕਿਸੇ ਡੱਬੀ 'ਚ ਰੱਖ ਲਈ, ਮਾਚਿਸ ਦੀ ਡੱਬੀ ਵਰਗੀ ਕੋਈ ਪਲਾਸਟਿਕ ਦੀ ਡੱਬੀ ਲੈ ਲਓ। ਪਹਿਲਾਂ ਡੱਬੀ ਦਾ ਵੇਟ ਲੈ ਲੈਣਾ ਆ, ਫਿਰ ਉਹ 'ਚ ਸੋਇਲ ਪਾ ਲੈਣੀ ਆ, ਉਹਦਾ ਵੇਟ ਲੈ ਲੈਣਾ, ਉਹ ਫਰੈਸ਼ ਵੇਟ ਹੋ ਗਿਆ। ਫਿਰ ਉਹ ਅਵਨ ਜਿਹੜੇ ਹੁੰਦੇ ਆ ਉਹਨਾਂ 'ਚ ਰੱਖ ਦੇਣਾ ਆ, 24 ਘੰਟਿਆਂ ਲਈ ਰੱਖਣਾ ਆ। ਔਰ ਟੈਂਪਰੇਚਰ ਡਿਪੈਂਡ ਕਰੂਗਾ ਅਲੱਗ ਅਲੱਗ ਸੋਇਲ ਲਈ ਕਿੰਨਾ ਟੈਂਪਰੇਚਰ ਮੇਨਟੇਨ ਕਰਨਾ। ਮੰਨ ਲਓ 30 ਡਿਗਰੀ ਆ, 60 ਡਿਗਰੀ ਆ। ਜਦੋਂ ਅਗਲੇ ਦਿਨ ਸੁੱਕ ਜਾਊਗੀ ਫਿਰ ਉਹਦਾ ਵੇਟ ਲੈਣਾ ਆ, ਤਾਂ ਫਰੈਸ਼ ਵੇਟ ਮਾਈਨਸ ਡਰਾਈ ਵੇਟ ਉਹਦੀ ਡੈਂਸਿਟੀ ਹੋ ਗਈ। ਤਾਂ ਉਹ ਜਿੰਨਾ ਵੀ ਪਾਣੀ ਏਅਰ ਵਗੈਰਾ ਹੋਏਗਾ ਡਰਾਈ ਹੋਣ ਨਾਲ ਉਹ ਸਾਰਾ ਨਿਕਲ ਜਾਣਾ ਆ, ਤਾਂ ਇਨਕਲੂਡਿੰਗ ਔਰ ਐਕਸਕਲੂਡਿੰਗ ਅਸੀਂ ਲਿਖਿਆ ਆ। ਫਿਰ ਪੋਰੋਸਿਟੀ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਪੋਰਸ ਜਾਂ ਸਪੇਸਿਸ ਪ੍ਰੈਜ਼ੈਂਟ ਹੁੰਦੀਆਂ ਆ ਬਿਟਵੀਨ ਸੋਇਲ ਪਾਰਟੀਕਲਸ, ਹੈ ਨਾ, ਇੱਕ ਪਰਟੀਕੂਲਰ ਗਿਵਨ ਵੋਲਿਊਮ 'ਚ, ਉਹਨੂੰ ਆਪਾਂ ਕਹਿੰਦੇ ਆ ਪੋਰੋਸਿਟੀ। ਪੋਰ ਸਪੇਸ ਜਿਹੜੇ ਆ ਕਿਉਂ ਨੈਸੈਸਰੀ ਆ, ਹੋਲਡ ਕਰੂਗੀ ਵਾਟਰ, ਫ੍ਰੀ ਗੈਸ਼ੀਅਸ ਐਕਸਚੇਂਜ ਲਈ, ਆਕਸੀਜਨ, ਕਾਰਬਨ ਡਾਈਆਕਸਾਈਡ ਬਿਟਵੀਨ ਪਲਾਂਟ ਰੂਟਸ, ਸੋਇਲ ਸਰਫੇਸ। ਕੋਰਸ ਟੈਕਸਚਰ ਹੈਜ਼ ਮੋਰ ਏਅਰ ਸਪੇਸਿਸ, ਆਪਾਂ ਉੱਪਰ ਟੈਕਸਚਰਡ ਸੋਇਲ ਪੜ੍ਹੀ ਆ। ਆਰਗੈਨਿਕ ਮੈਟਰ ਜਿਹੜੀ ਆ ਉਹ ਇਨਕਰੀਜ਼ ਕਰਦੀ ਆ ਪੋਰੋਸਿਟੀ। ਸੋਇਲ ਫਰਟੀਲਿਟੀ ਇਨਕਰੀਜ਼ ਹੋਣੀ ਆ, ਉਹਦੇ ਨਾਲ ਪੋਰੋਸਿਟੀ 'ਤੇ ਵੀ ਫਰਕ ਪੈਣਾ ਆ। ਪਰਮੀਏਬਿਲਿਟੀ, ਇਹ ਡਿਟਰਮਾਈਨਸ ਦਾ ਮੂਵਮੈਂਟ ਆਫ ਵਾਟਰ ਥਰੂ ਪੋਰ ਸਪੇਸਿਸ, ਹਾਇਰ ਇਨ ਲੂਜ਼ ਸੋਇਲ, ਲੋਅਰ ਇਨ ਕੰਪੈਕਟ ਸੋਇਲ। ਫਿਰ ਸੋਇਲ ਟੈਂਪਰੇਚਰ, ਇਹ ਇਨਫਲੂਐਂਸਡ ਹੁੰਦਾ ਸੋਇਲ ਕਲਰ, ਵਾਟਰ, ਐਲਟੀਟਿਊਡ, ਸਲੋਪ, ਹੈ ਨਾ। ਅਸੀਂ ਥੋੜ੍ਹਾ ਜਿਹਾ ਟੈਂਪਰੇਚਰ ਵਾਲੇ ਚੈਪਟਰ 'ਚ ਵੀ ਪੜ੍ਹਿਆ ਆ। ਟੈਂਪਰੇਚਰ ਅਫੈਕਟਡ ਹੁੰਦਾ ਹੈ, ਸੋਇਲ ਟੈਂਪਰੇਚਰ ਬਾਈ ਕਲਾਈਮੇਟ, ਵੈਜੀਟੇਸ਼ਨ। ਬਲੈਕ ਸੋਇਲ ਅਬਜ਼ੋਰਬਸ ਮੋਰ ਹੀਟ, ਸੈਂਡੀ ਸੋਇਲ ਅਬਜ਼ੋਰਬਸ ਮੋਰ ਹੀਟ, ਰੇਡੀਏਟ ਵੀ ਉਨੀ ਜਲਦੀ ਕਰ ਲੈਂਦੀ ਆ। ਨਾਈਟ ਨੂੰ ਸੈਂਡ ਠੰਡੀ ਹੁੰਦੀ ਆ, ਹੈ ਨਾ। ਫਿਰ ਸੋਇਲ ਐਟਮੋਸਫੇਅਰ, ਇਹ 'ਚ ਗੈਸਿਸ ਹੁੰਦੀ ਆ, ਆਕਸੀਜਨ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ, different from atmospheric air with more carbon dioxide, moisture, less oxygen, influenced by temperature, wind, rainfall, pressure। ਇਹ ਇੱਕ ਪੁਆਇੰਟ ਤੁਸੀਂ ਇਹਦਾ ਯਾਦ ਕਰ ਲੈਣਾ ਹੈ। ਫਿਰ ਬੇਟਾ ਸੋਇਲ ਵਾਟਰ, ਕਿ ਜਿਹੜਾ ਅਵੇਲੇਬਲ ਸੋਇਲ ਹੁੰਦਾ ਆ, ਅਵੇਲੇਬਲ ਵਾਟਰ ਹੁੰਦਾ ਆ ਸੋਇਲ ਦੇ ਵਿੱਚ, ਉਹਨੂੰ ਆਪਾਂ ਕਹਿੰਦੇ ਹਾਂ ਸੋਇਲ ਵਾਟਰ। ਇਹ ਸੋਲਵੈਂਟ ਦੀ ਤਰ੍ਹਾਂ ਐਕਟ ਕਰਦਾ ਆ, ਹੈ ਨਾ। ਬਹੁਤ ਸਾਰੇ ਮਿਨਰਲਸ ਡਿਜ਼ੋਲਵ ਹੁੰਦੇ ਆ ਸੋਇਲ ਦੇ ਵਿੱਚ।
मेनटेन्स करदा टैक्सचर ऑफ सॉयल, सपोर्ट्स सॉयल ऑर्गेनिज्म। फिर वाटर जिहड़ा सॉयल वो कई तरह का होंदा, ग्रैविटेशनल वाटर, फ्री वाटर मूविंग डाउन ड्यू टू ग्रैविटी, मतलब आ मींह पिया ये मिट्टी च गया थल्ले मूव करया मिट्टी च ड्यू टू ग्रैविटी, वो ग्रैविटेशनल वाटर। हाइग्रोस्कोपिक वाटर हैल्ड टाइटली बाय सॉयल पार्टिकल्स, आ मिट्टी आ मींह पिया या पानी पाया इत्थे होल्ड हो गया, वो हाइग्रोस्कोपिक हो गया। फिर कैपिलरी वाटर, वाटर हैल्ड बाय कैपिलरी फोर्सेस, आ सॉयल दे विच जिहड़ी कैपिलरी ट्यूब्स होंदियां आ वो होल्ड करके रखदियां वाटर नूं। कंबाइंड वाटर कैमिकली बाउंड जिहड़ा टू सॉयल सरफेस, वाटर वेपर, अनकंबाइंड वाटर एज मॉइस्चर इन द सॉयल, मॉइस्चर वगैरह जिहड़ा प्रेजेंट हुंदा सॉयल दे विच। फील्ड कैपेसिटी, अमाउंट ऑफ वाटर सॉयल कैन होल्ड आफ्टर ग्रेविटेशनल ड्रेन ऑफ, कितना फड़ के रखदा उन्होंने असी फील्ड कैपेसिटी कह दईदा आ। फील्ड कैपेसिटी इज इक्वल टू कैपिलरी प्लस हाइग्रोस्कोपिक प्लस कंबाइंड प्लस वाटर वेपर, मतलब सारिया चीज़ां उपर वालियां मिला के फील्ड कैपेसिटी कहलाई जाती है। विल्टिंग कोएफिशिएंट, विल्टिंग मतलब मुरझाना, परसेंटेज ऑफ वाटर लैफ्ट एट द टाइम वैन प्लांट्स परमानेंटली विल्ट, मुरझा गया परमानेंटली, उस तो बाद मुरझाण तो बाद जिहड़ा अमाउंट ऑफ वाटर रहिंदा आ उहदे विच मॉइस्चर रहिंदा आ प्लांट दे विच, उहनूं असीं कहने विल्टिंग कोएफिशिएंट। टोटल वाटर जिहड़ा सॉयल च प्रेजेंट हुंदा उहनूं कहंदे होलार्ड, ये वेरी इंपॉर्टेंट आ, ठीक है। वाटर एब्जॉर्ब बाय प्लांट उहनूं क्रीसार्ड कहंदे आ। रिमेनिंग वाटर जिहड़ा ओह हो गया इकार्ड। आ इत्थे डायग्राम है, डायग्राम बना दिओ, नहीं बनाना तां भी कोई गल नहीं। फिर हुण तुसीं फाइनल च हो गए तां सारियां चीज़ आ तां पढ़िया होया किहड़े सॉयल ऑर्गेनिजम्स प्रेजेंट हुंदे आ प्लांट्स दे विच, माइक्रो ऑर्गेनिजम्स वगैरह, तां मैं बैक्टीरिया, फंजाई, एल्गे, पता ही है सारा कुछ, वायरसेस, दैन प्रोटोजोन्स, है ना, आर्थ्रोपोड्स, हर चीज़ तो सॉयल च प्रेजेंट हुंदी है। सो नो नीड टू मेरे दस्सण दी लोड़ नहीं हैगी। माइक्रोबियल पॉपूलेशन भी हैगी आ सॉयल दे 6 तो 12 इंचज़ दे विच ज़्यादा माइक्रो ऑर्गेनिजम्स प्रेजेंट हुंदे, बैक्टीरिया, नाइट्रोजन फिक्सिंग बैक्टीरिया, फंजाई, माइकोराइजा, है ना। फिर जिहड़ा मेन इंपॉर्टेंट टॉपिक हैगा वो ह्यूमस, ये बेटा ये अलग तो मैं तां दस्सिया क्योंकि ये डेफिनेशन हो सकता 1 मार्क च पुछ लैण। कंपलैक्स ऑर्गेनिक सबसटेंस रिजल्टिंग फ्रॉम द ब्रेक डाउन ऑफ प्लांट मटीरियल, जिहड़ा भी ट्विक्स वगैरह गिरियां हुंदियां उहदे ब्रेक डाउन होण नाल, ब्रेक डाउन कौन करदा, माइक्रो ऑर्गेनिजम्स, तां वो ह्यूमस कहलांदा, मतलब डीकंपोजिशन ऑफ ऑर्गेनिक मैटर, उहनूं आपां कहने आ ह्यूमस। ये 3 तरह का हुंदा आ। पहला हैगा मोर, लीस्ट जिहड़ा सब तो घट डीकंपोज्ड हुंदा आ, जिथे लो बायोलॉजिकल एक्टिविटी हुंदी है सॉयल दे विच, कॉनीफरस फॉरेस्ट वगैरह च। फिर मॉडर ट्रांजिशन स्टेज ऑफ डीकंपोजिशन माउंटेन ग्रासलैंड सॉयल, जिथे लीटर मतलब ऐं प्रेजेंट रहिंदा है ज़्यादातर 2-3 सेंटीमीटर जे सॉयल खुदोंगे तो थानू बड़े बड़े टुकड़े मिलोगे प्लांट्स प्लोन्ट्स, पत्तियां पुत्तियां डिगियां दे। मीडियम ह्यूमिफाइड ह्यूमस मतलब जिहड़ा पूरी तरह डीकंपोज नहीं होया हुंदा। मल की आ, फुली डीकंपोज्ड ऑर्गेनिक मैटर। फिर फुली डीकंपोज्ड उदों ही होना है जिथे बायोलॉजिकल एक्टिविटी हाई हुंदी आ, डार्क कलर दा हुंदा आ, है ना। फिर 1-2 प्रॉपर्टीज आ सॉयल कंसिस्टेंस आ, मतलब वैट सॉयल आ कि मॉइस्ट सॉयल आ कि ड्राई सॉयल आ। की हुंदा कंसिस्टेंस,
resistance of a soil to deformation or rupture, and is determined by the cohesive and adhesive properties of the soil mass. ਇਹ ਕੰਸਿਸਟੈਂਸ ਜਿਹੜਾ ਆ ਸੋਇਲ ਟੈਕਸਚਰ ਤੇ ਇੱਕ ਤਰ੍ਹਾਂ ਦਾ ਸੋਇਲ ਟੈਕਸਚਰ ਹੀ ਹੈ ਜਿਹੜਾ ਅਸੀਂ ਉੱਪਰ ਪੜ੍ਹਿਆ ਕਿ ਨॉन ਸਟਿੱਕੀ ਸੋਇਲ ਆ ਕਿ ਸਟਿੱਕੀ ਸੋਇਲ ਆ ਕਿ ਪਾਣੀ ਉੱਥੇ ਹੈਗਾ ਲੂਜ਼ ਆ ਫਟੀ ਹੋਈ ਆ ਡਰਾਈ ਸੋਇਲ ਆ ਸੌਫਟ ਆ ਹਾਰਡ ਆ ਉਹਨੂੰ ਅਸੀਂ ਕੰਸਿਸਟੈਂਸ ਕਹਿ ਦਿੰਦੇ ਹਾਂ। ਦੈਨ ਸੋਇਲ ਕਲਰ पता ही है कि अपने इत्थे येलो क्ले आ मध्य प्रदेश वगैरह जाऊँगे तो ब्लैक सॉयल आ साउथ च जाऊँगे केरल वगैरह तो रैड सॉयल आ हुण रैड सॉयल च मूंगफली कोकोनट वगैरह ज़्यादा हुंदा आ ब्लैक सॉयल दे विच सोयाबीन वगैरह ज़्यादा हुंदा आ पंजाब दा तुहानूं पता ही है की हुंदा आ। अपने पंजाब दी जिहड़ी येलो क्ले सॉयल आ येलो सॉयल है वो ज़्यादा फर्टाइल हुंदी आ एज़ कंपेयर टू अदर सॉयल्स। रैड सॉयल च की प्रेजेंट होएगा आयरन ऑक्साइड ज़्यादा आ देखो तो आयरन दे कारण उहदा कलर रैड आंदा आ। डार्क कलर दे विच डिकेड ऑर्गेनिक मैटर ज़्यादा प्रेजेंट होंदा है। येलो कलर दे विच हाइड्रेट्स आयरन ऑक्साइड्स वगैरह ये ज़्यादा प्रेजेंट होंदा है तो ये तुसी पढ़ लियो कि किवें दा कलर होंदा है की प्रेजेंट होंदा है क्रैमिंग वाला ही आ। फिर कैमिकल प्रॉपर्टीज सॉयल दी तुहानूं पता है पीएच कि पीएच कोई सॉयल एसिडिक हुंदी आ कोई अल्कलाइन हुंदी आ कोई न्यूट्रल हुंदी आ। अगर एसिडिक सॉयल दे विच जिहड़ी आ किवें दी वैजीटेशन हुंदी आ हाई रेनफॉल रीजन च प्रेजेंट हुंदी आ अकर करदी आ एसिडिक सॉयल की ज़्यादा प्रेजेंट हुंदा एसिडिक सॉयल च ना। फिर कैमिकल कंपोजिशन कि किन्ना ऑर्गेनिक मैटर आ इनऑर्गेनिक कंपाउंड्स किहड़े प्रेजेंट है आपां हुणे देखे आ ऑर्गेनिक कंपाउंड्स प्रोटीन्स वगैरह प्रेजेंट होंदे आ ये सारा कैमिकल जस्ट गो थ्रू कर लेना। फिर बहुत सारियां एंजाइम्स हुंदियां आ ਜਿਹੜੀਆਂ सॉइल च प्रेजेंट ਹੁੰਦੀਆਂ ਆ। फॉर एग्जांपल लगभग 50 एंजाइम्स देखिया गई डिफरेंट टाइप्स ऑफ सॉइल इक्को च ही नहीं सारियां प्रेजेंट होनियां अलग अलग च प्रेजेंट होनियां। मेन सोर्स ऑफ सॉइल एंजाइम माइक्रो ऑर्गेनिजम्स है एनिमल्स है प्लांट्स है ये सारे डिकंपोज होके जदों मिट्टी च मिलते आ इन्हां दा एक्सक्रीटा मिलता आ खुद मर के मिलते आ है ना वो सारे जिहड़े एंजाइम्स वगैरह आ ओह मिट्टी च आंदे आ। हुण एंजाइम्स तुहानूं पता ही है कि डू नॉट टेक पार्ट इन कैमिकल रिएक्शन बट इंक्रीज द रेट ऑफ रिएक्शन मेनटेन सॉइल फर्टिलिटी सपोर्ट्स प्लांट ग्रोथ। कॉमन एंजाइम्स एक दो नाम याद कर लियो अमाइलेज बीट रूट्स तो दैन ग्लाइकोफॉस्फेट्स यूरिएस अर्थवॉर्म वगैरह तो मिलती है। सलाइन सॉइल हैव हाई एक्टिविटी ऑफ यूरिएसिस समुद्रां दे कंढे जिहड़े खेत बनाए हुंदे उत्थे ज़्यादातर नमकीन सॉइल हुंदी है। डिहाइड्रोजनेसिस हायर इन फॉरेस्ट एबसेंट इन अल्कलाइन सॉइल। सो ये जिहड़ा टॉपिक सीगा एडिफिक फैक्टर्स बहुत ईजी आ पढ़ लियो नहीं समझ आया दोबारा पूछ लियो। ये तो मैं जस्ट तुहानूं मेन छोटे छोटे पॉइंट्स लिखते आ बुक चो तुसीं याद कर लियो इत्थों कुछ डेफिनेशनस याद करनियां डायग्राम कोई याद करना कर लियो ते गुड बाय बेटा।